Hello and welcome to English Learners World program Our Mentors। ਪਿਆਰੇ ਵਿਦਿਆਰਥੀਓ ਅਤੇ ਅਧਿਆਪਕ ਸਾਥੀਓ, ਅੱਜ ਪੰਜਾਬ ਦੀ ਜਿਸ ਉੱਗੀ ਸ਼ਖਸੀਅਤ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਹਨਾਂ ਦੀ ਪਰਸਨੈਲਿਟੀ ਬਾਰੇ, ਉਹਨਾਂ ਦੀ ਸ਼ਖਸੀਅਤ ਬਾਰੇ ਕੁਝ ਚੰਦ ਸ਼ਬਦਾਂ ਦੇ ਵਿੱਚ ਇੰਟਰੋਡਕਸ਼ਨ ਦੇਣੀ ਮੇਰੇ ਲਈ ਅਸੰਭਵ ਹੈ। ਉਹ ਇੰਨੀ ਕੁ ਵੱਡੀ ਤੇ ਮਹਾਨ ਹਸਤੀ ਹਨ ਕਿ ਅੱਜ ਉਹਨਾਂ ਦੀ ਇੰਟਰਵਿਊ ਕਰਨ ਲੱਗਿਆਂ ਮੈਨੂੰ ਬਹੁਤ ਵੱਡਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਉਹ ਪੰਜਾਬੀ ਕਵਿਤਾ ਦੇ ਇੰਨੇ ਵੱਡੇ ਕਵੀ ਹਨ ਕਿ ਜਿਨ੍ਹਾਂ ਦੇ ਪਾਠਕ ਪੂਰੇ ਸੰਸਾਰ ਭਰ ਵਿੱਚ ਫੈਲੇ ਹੋਏ ਹਨ। ਜਦੋਂ ਅਸੀਂ ਪੰਜਾਬੀ ਕਵਿਤਾ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਜੋ ਅਕਸ ਉੱਭਰਦਾ ਹੈ ਉਹ ਉਹਨਾਂ ਦਾ ਹੀ ਹੁੰਦਾ ਹੈ। ਜੇਕਰ ਉਹਨਾਂ ਦੇ ਮਾਨ ਸਨਮਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵਿਸ਼ਵ ਭਰ ਉੱਤੇ ਬਹੁਤ ਜ਼ਿਆਦਾ ਮਾਨ ਸਨਮਾਨ ਮਿਲ ਚੁੱਕੇ ਹਨ। ਸਰਸਵਤੀ ਅਵਾਰਡ, ਪੰਚ ਨਦ ਅਵਾਰਡ, ਪੰਜਾਬੀ ਸਾਹਿਤ ਅਕੈਡਮੀ ਅਵਾਰਡ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਨਰੇਰੀ ਡੀ.ਲਿਟ ਦੀ ਡਿਗਰੀ ਅਤੇ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਅਵਾਰਡ। ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਉਹਨਾਂ ਦੀ ਸ਼ਾਨ ਦੇ ਵਿੱਚ ਇੱਕ ਸ਼ੇਅਰ ਪੜ੍ਹਨ ਜਾ ਰਿਹਾ ਹਾਂ, ਜਿੱਥੋਂ ਤੁਹਾਨੂੰ ਥੋੜ੍ਹਾ ਬਹੁਤਾ ਅੰਦਾਜ਼ਾ ਹੋ ਜਾਏਗਾ ਕਿ ਅੱਜ ਅਸੀਂ ਕਿਸ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ। ਮੈਂ ਪਾਤਰ ਨੂੰ ਢੂੰਡਣ ਚੱਲਿਆ ਗੂਗਲ ਉੱਤੇ ਚੜ੍ਹ ਕੇ, ਫਿਰ ਮੈਂ ਪਾਤਰ ਪਾਉਣਾ ਚਾਹਿਆ ਗਜ਼ਲਾਂ ਨਜ਼ਮਾਂ ਪੜ੍ਹ ਕੇ, ਫਿਰ ਪਾਤਰ ਮੇਰੇ ਸੁਪਨੇ 'ਚ ਆ ਮੈਨੂੰ ਖੜ ਗਿਆ ਬਾਹੋਂ ਫੜ ਕੇ, ਕਹਿੰਦਾ ਮੁੰਡਿਆ ਜੇ ਪਾਤਰ ਪਾਉਣਾ ਪਹਿਲਾਂ ਵੇਖ ਦਿਲ ਵਿੱਚ ਵੜ ਕੇ, ਅੱਖ ਖੁੱਲੀ ਕੁਝ ਨਜ਼ਰ ਨਾ ਆਇਆ ਮੈਂ ਤੁਰ ਪਿਆ ਤੜਕੇ ਤੜਕੇ, ਜੇ ਪਾਤਰ ਮੈਨੂੰ ਸੱਚੀ ਮਿਲ ਜੇ ਦੇਵਾਂ ਜਾਨ ਤਲੀ ਤੇ ਧਰਕੇ, ਦੇਵਾਂ ਜਾਨ ਤਲੀ ਤੇ ਧਰਕੇ। ਸੋ ਤੁਹਾਨੂੰ ਹੁਣ ਅੰਦਾਜ਼ਾ ਹੋ ਗਿਆ ਹੋਊਗਾ ਕਿ ਮੇਰੀ ਮੁਰਾਦ ਹਨ ਪੰਜਾਬੀਆਂ ਦੇ ਮਹਿਬੂਬ ਸ਼ਾਇਰ, ਮਹਿਬੂਬ ਕਵੀ ਸੁਰਜੀਤ ਸਿੰਘ ਜੀ ਪਾਤਰ। ਆਓ ਦੋਸਤੋ ਤੁਹਾਡੀ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰਵਾਈਏ। ਪਾਤਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਮਨ ਜੀ। ਐਂਡ ਆਵਰ ਮੈਂਟਰਸ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਆ ਤੁਸੀਂ ਇੱਥੇ ਆਏ ਹੋ ਜੀ, ਔਰ ਇੰਨੀ ਸੋਹਣੀ ਨਜ਼ਮ ਪੜ੍ਹ ਕੇ ਮੇਰੀ ਜਾਣ ਪਛਾਣ ਕਰਾਈ ਜੀ। ਤੁਹਾਡਾ ਬਹੁਤ ਸ਼ੁਕਰੀਆ। ਮੈਨੂੰ ਵੀ ਮੇਰੇ ਲਈ ਨੌਜਵਾਨਾਂ ਨੂੰ ਮਿਲਣਾ, ਬੱਚਿਆਂ ਨੂੰ ਮਿਲਣਾ, ਵਿਦਿਆਰਥੀਆਂ ਨੂੰ ਮਿਲਣਾ ਹਮੇਸ਼ਾ ਇੱਕ ਬਹੁਤ ਸੋਹਣਾ ਅਨੁਭਵ ਹੁੰਦਾ। ਮੈਨੂੰ ਲੱਗਦਾ ਕਿ ਜਿਵੇਂ ਮੈਂ ਭਵਿੱਖ ਵਿੱਚ ਜਾ ਰਿਹਾ ਕਿ ਇਹ ਉਹ ਚਿਹਰੇ ਨੇ, ਇਹ ਉਹ ਸ਼ਖਸ ਨੇ ਜਿਹੜੇ ਮੈਨੂੰ ਮੇਰੀ ਉਮਰ ਤੋਂ ਵੀ ਅੱਗੇ ਲੈ ਕੇ ਚੱਲ ਜਾਣਗੇ, ਕਿਉਂਕਿ ਮੈਂ ਇਹਨਾਂ ਦੇ ਦਿਲਾਂ ਵਿੱਚ, ਇਹਨਾਂ ਦੀਆਂ ਰੂਹਾਂ 'ਚ ਵਸਣਾ ਚਾਹੁੰਦਾ। ਜੀ। ਪਾਤਰ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡੇ ਬਚਪਨ ਬਾਰੇ ਅਤੇ ਮੁੱਢਲੀ ਸਿੱਖਿਆ ਬਾਰੇ ਜਾਣਨਾ ਚਾਹਾਂਗਾ। ਅਮਨ, ਮੇਰਾ ਜਨਮ ਇੱਕ ਪਿੰਡ 'ਚ ਹੋਇਆ ਜੀ, ਜਿੱਥੇ ਸਿਰਫ ਚੌਥੀ ਜਮਾਤ ਤੱਕ ਸਕੂਲ ਸੀ ਉਦੋਂ ਜੀ। ਤੋ ਮੇਰੇ ਬਚਪਨ ਦੀ ਸਭ ਤੋਂ ਵੱਡੀ ਯਾਦ ਮੇਰੇ ਮਨ 'ਚ ਇਹ ਆ ਕਿ ਜਦੋਂ ਮੈਂ ਦੂਜੀ ਜਮਾਤ 'ਚ ਹੋਇਆ ਤਾਂ ਮੇਰੇ ਪਿਤਾ ਜੀ ਪਰਦੇਸੀ ਹੋ ਗਏ ਜੀ, ਕਿ ਉਹ ਘਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਜੀ ਉੱਤਰੀ ਅਫਰੀਕਾ ਗਏ ਜੀ। ਸੋ ਉਹ ਮੇਰੀ ਇੱਕ ਐਸੀ ਯਾਦ ਆ ਜਿਹਨੂੰ ਮੈਂ ਕਦੀ ਨਹੀਂ ਭੁੱਲ ਸਕਿਆ। ਚੌਥੀ ਜਮਾਤ ਤੱਕ ਮੈਂ ਆਪਣੇ ਪਿੰਡ ਵਿੱਚ ਪੜ੍ਹਿਆ, ਜਿੱਥੇ ਮੈਨੂੰ ਲੱਗਦਾ ਕਿ ਮੇਰੇ ਦੋ ਅਧਿਆਪਕ ਸੀਗੇ ਜੀ, ਮੇਹਰ ਚੰਦ, ਖੇਮ ਚੰਦ ਜੀ। ਤੋ ਉਹ ਮੈਨੂੰ ਅਜੇ ਵੀ ਯਾਦ ਆਉਂਦਾ ਕਿ ਉਹਨਾਂ ਨੇ ਕਦੀ ਪਿਆਰ ਨਾਲ, ਕਦੀ ਝਿੜਕ ਕੇ, ਕਦੀ ਗੁੱਸੇ ਨਾਲ ਸਾਨੂੰ ਪੜ੍ਹਾਇਆ ਜੀ। ਫਿਰ ਮੈਂ ਪੰਜਵੀਂ ਤੋਂ ਸਾਡੇ ਪਿੰਡ ਦੇ ਕੋਲ, ਮੇਰਾ ਪਿੰਡ ਪੱਤੜ ਕਲਾਂ, ਅੱਛਾ ਜੀ, ਤੇ ਉਸ ਪਿੰਡ ਦੇ ਕੋਲ ਕੋਈ 3 ਕਿਲੋਮੀਟਰ ਦੇ ਆਸ-ਪਾਸ ਖਹਿਰਾ ਮੱਝਾ, ਅੱਛਾ ਜੀ, ਉਹ ਸਕੂਲ 'ਚ ਅਸੀਂ ਪੜ੍ਹਨ ਜਾਂਦੇ ਸੀ ਜੀ। ਪੈਦਲ ਜਾਣਾ ਆਉਣਾ, ਔਰ ਰੇਤਾ ਵਿਛਿਆ ਹੁੰਦਾ ਸੀ, ਮੂੰਗਫਲੀ ਬੀਜੀ ਹੁੰਦੀ ਸੀ ਜੀ। ਤੋ ਸਿਆਲ ਹੋਵੇ, ਗਰਮੀਆਂ ਹੋਣ, ਅਸੀਂ ਉੱਥੋਂ ਉਹਨਾਂ ਰਾਹਾਂ ਤੋਂ ਤੁਰ ਕੇ ਜਾਂਦੇ ਸੀ। ਔਰ ਉੱਥੇ ਵੀ ਮੇਰੇ ਦੋ ਅਧਿਆਪਕ ਯਾਦ ਨੇ ਕਿ ਮਹਿੰਦਰ ਸਿੰਘ ਤੇ ਆਪਣੇ ਸ਼ੰਕਰ ਦਾਸ ਜੀ। ਤੋ ਉਹਨਾਂ ਨੇ ਸਾਨੂੰ ਬਣਾਉਣ, ਜਾਂ ਸਾਡੇ ਗਿਆਨੀ ਮਾਸਟਰ ਸੀਗੇ, ਉਹਨਾਂ ਨੇ ਜਦੋਂ ਵੀ ਕੋਈ ਕਿਤਾਬ ਪੜ੍ਹਨੀ, ਯਾਨੀ ਕਿਤਾਬ ਪੜ੍ਹਾਉਣੀ, ਤੇ ਕੋਈ ਕਵਿਤਾ ਆਣੀ, ਮੈਨੂੰ ਕਹਿਣਾ ਕਿ ਸੁਰਜੀਤ ਚੱਲ ਉੱਠ ਕੇ ਤੂੰ ਇਹਨੂੰ ਗਾ ਕੇ ਸੁਣਾ। ਤੋ ਮੈਂ ਉਸੇ ਵੇਲੇ ਉਹਦੀ ਜੋ ਮੈਨੂੰ ਧੁਨ ਸੁੱਝਣੀ ਤੇ ਮੈਂ ਉਹਨੂੰ ਗਾ ਕੇ ਕਲਾਸ 'ਚ ਪੜ੍ਹ ਦੇਣਾ। ਸੋ ਇਹ ਚੀਜ਼ਾਂ ਮੈਨੂੰ ਬਣਾਉਣ ਵਾਲੀਆਂ ਸੀ।
ਔਰ ਜਿਵੇਂ ਮਹਿੰਦਰ ਸਿੰਘ ਮਾਸਟਰ ਸੀ, ਉਹਨਾਂ ਸਾਨੂੰ ਗੁਰਪੁਰਬ ਤੇ ਕਹਿਣਾ ਕਿ ਆਓ ਤੁਸੀਂ ਮੇਰੇ ਨਾਲ ਬੈਠੋ ਤੇ ਮੈਂ ਹਾਰਮੋਨੀਅਮ ਵਜਾਉਣਾ ਤੇ ਮੇਰੇ ਪਿੱਛੇ ਪਿੱਛੇ ਤੁਸੀਂ ਗਾਇਓ। ਜੀ ਜੀ। ਤੋ ਇਹ ਸਾਰੀਆਂ ਚੀਜ਼ਾਂ ਮੈਂ ਸਮਝਦਾ ਕਿ ਮੇਰੇ ਜਿਹੜਾ ਮੁੱਢਲੀ ਵਿੱਦਿਆ ਪ੍ਰਾਇਮਰੀ ਜਾਂ ਮੈਟ੍ਰਿਕੂਲੇਸ਼ਨ ਤੱਕ ਦੇ, ਔਰ ਵਤਨ ਸਿੰਘ ਸਾਡੇ ਹੈਡਮਾਸਟਰ ਸੀਗੇ ਜੀ, ਉਹ ਵੀ ਮੈਨੂੰ ਯਾਦ ਆ ਕਿ ਉਹਨਾਂ ਸਾਨੂੰ 1 ਮਹੀਨਾ ਸਕੂਲ 'ਚ ਰੱਖਿਆ ਜਦੋਂ ਮੈਟ੍ਰਿਕ ਅਸੀਂ ਕੀਤੀ ਆ ਜੀ। ਸਾਨੂੰ ਰੋਜ਼ ਸਵੇਰੇ ਉਠਾ ਕੇ ਉਹਨਾਂ ਨੇ ਪੀਟੀ ਕਰਾਉਣੀ। ਤੋ ਇੰਨਾ ਜਾਣੀ ਉਹ ਦਿਲਚਸਪੀ ਲੈਣ ਵਾਲੇ ਬੱਚਿਆਂ ਵਿੱਚ ਉਹ ਅਧਿਆਪਕ ਸੀ ਜੀ ਜੀ। ਤੇ ਉਹ ਮੇਰੇ ਚੇਤਿਆਂ 'ਚ ਵਸੇ ਹੋਏ। ਮੁੱਢਲੀ ਪੜ੍ਹਾਈ ਤੁਹਾਡੀ ਪਿੰਡ ਵਿੱਚ ਹੋਈ ਤੇ ਉਸ ਉਪਰੰਤ ਹਾਇਰ ਐਜੂਕੇਸ਼ਨ ਤੁਸੀਂ ਕਿਸ ਫੀਲਡ ਵਿੱਚ ਕੀਤੀ ਤੇ ਕਿੱਥੋਂ ਤੱਕ ਪੜ੍ਹੇ ਤੁਸੀਂ? ਮੈਂ ਮੈਟ੍ਰਿਕ ਤੋਂ ਬਾਅਦ ਰਣਧੀਰ ਕਾਲਜ ਕਪੂਰਥਲਾ ਵਿੱਚ ਦਾਖਲ ਹੋਇਆ ਜੀ ਸਰ। ਔਰ ਮੇਰੇ ਲਈ ਇੱਕ ਮਸਲਾ ਆਇਆ ਜੀ ਕਿ ਮੈਂ ਉਸ ਛੋਟੇ ਜਿਹੇ ਸਕੂਲ 'ਚੋਂ ਫਸਟ ਆ ਗਿਆ। ਅੱਛਾ ਜੀ। ਜਿਹੜਾ ਖਾਲਸਾ ਹਾਈ ਸਕੂਲ ਖਹਿਰਾ ਮੱਝਾ। ਅੱਛਾ ਜੀ। ਤੇ ਸਾਰੇ ਮੈਨੂੰ ਕਹਿਣ ਕਿ ਤੈਨੂੰ ਸਾਇੰਸ ਪੜ੍ਹਨੀ ਚਾਹੀਦੀ ਹੈ। ਅੱਛਾ ਜੀ। ਪਰ ਮੇਰਾ ਜਿਹੜਾ ਮਨ ਸੀਗਾ ਉਹ ਸ਼ੁਰੂ ਤੋਂ ਹੀ ਸੰਗੀਤ ਵੱਲ ਜਾਂ ਕਵਿਤਾ ਵੱਲ, ਮੈਂ ਕਿਤਾਬਾਂ ਵੀ ਉਹੀ ਪੜ੍ਹਦਾ ਸੀ। ਅੱਛਾ ਜੀ। ਤੇ ਮੈਂ ਕਿਹਾ ਨਹੀਂ, ਮੈਂ ਤਾਂ ਆਰਟਸ ਪੜ੍ਹਨੇ ਆ। ਅੱਛਾ। ਪਰ ਮੇਰੇ ਅਧਿਆਪਕਾਂ ਨੇ, ਮਾਪਿਆਂ ਨੇ, ਦੋਸਤ ਜਿਹੜੇ ਯਾਨੀ ਵੱਡੇ ਦੋਸਤ ਸੀਗੇ ਵੱਡੀਆਂ ਕਲਾਸਾਂ 'ਚ ਪੜ੍ਹਦੇ ਸੀ, ਉਹਨਾਂ ਨੇ ਕਿਹਾ ਨਹੀਂ ਤੂੰ ਸਾਇੰਸ ਪੜ੍ਹ। ਅੱਛਾ ਜੀ। तो मैं चलो साइंस से दाखिल हो गया, पर मैनू फिर मेरा दिल उधर ही तार मेरी खड़का करे कि मैं तो पोइट्री पढ़नी है, मैं तो साहित्य पढ़ना। जी जी। फिर दूसरे साल मैं आर्ट्स वाल आया। अच्छा जी। जेड़ा मेरा समझ लो कि मैनू इन्नी खुशी हुई जिवें मैं किसी पिंजरे चों छुट के अच्छा जी आया होना। सो और फिर मैं यानी यूनिवर्सिटी विचों मैं फस्ट आया पंजाबी चों, और मैनूं लगा कि हाँ मैं यही मेरी थां आ, इत्थे मैं। जी जी जी। सो एक तो मैंने सिक्ख्या जी, मैं बच्चों नूं भी जां अध्यापकों नूं भी कहना चाहना कि बच्चे दा जरूर उहदा रुचि देखो कि जी, और ये समझो कि सिर्फ आर्ट सिर्फ नलैक ही पढ़दे आ, ये भी मिथ नूं तोड़ना चाहिदा। जी बिल्कुल। तो खैर फिर मैं उत्थे कपूरथले कॉलेज विच मैनूं जिहड़े अध्यापक मिले उन्हां दा डॉक्टर सुरजीत सिंह सेठी सीगे, बहुत वड्डे नाटककार नावलकार, उन्हां दी ही जीवन साथन मनोहर कौर अर्पण जिन्हों मैं कभी नहीं भुल सकता कि उन्होंने दोहां ने मैनू बनाउण विच बहुत ज़्यादा रोल अदा किया। अच्छा जी। तो मैनू उत्साहित करन च उन्हों दा बहुत बड़ा रोल है जी। सो उत्थों मैं ग्रैजुएशन की, मेरे उदों सबजैक्ट यही सीगे कि मैनू फिर भी यानी मैं चाहता सी कि मैं मनोविज्ञान पढ़ा जां फिलोसफी पढ़ा, तो मैनू उन्होंने कहा कि नहीं तू घट तो घट एक मजमून ऐसा जरूर है जिन्हें तेन नौकरी मिल सके जी। तो उन्होंने कहा कि इकनॉमिक्स जरूर पढ़। सो मैं इकनॉमिक्स नाल ग्रैजुएशन की, लेकिन फिर जो MA करन दा सवाल आया तो फिर मैं कहा कि मैं पंजाबी दी MA करूँगा जी, और करूँगा भी पंजाबी यूनिवर्सिटी पटियाले जाके। ओके। कि राह च भी MA आउंदियां सी, जलंधर सीगा जी, लुधियाना सी जी, पर मैनू कुछ लेखकां दी खिच, कुछ नावां दी खिच जी जी, जिवें डॉक्टर दलीप कौर टिवाणा जी उत्थे पढ़ाउंदे सी पटियाले, इस तरह ही अपने डॉक्टर अतर सिंह भी उदों उत्थे सी जी सर, बलवंत सिंह होनी उत्थे सी, जीत सिंह सीतल उत्थे सी, डॉक्टर हरचरण सिंह उत्थे सी जी, डॉक्टर प्रेम प्रकाश सिंह उत्थे सी। सो इन्हां सारियां नावां दी खिच मैनू उस यूनीवर्सिटी विच लै गई, और मैं उस अपने फैसले नूं बहुत समझ लो कि महत्वपूर्ण मानदा कि वो मैं जिहड़े साल उत्थे गुजारे ਉਹਨਾਂ ਨੇ ਮੈਨੂੰ ਸਮਰਿੱਧ ਕਰਨ ਵਿੱਚ, ਮੈਨੂੰ ਸਾਹਿਤ ਪੜ੍ਹਾਉਣ 'ਚ, ਮੈਨੂੰ ਕਵਿਤਾ ਦੀ ਹੋਰ ਗਹਿਰਾ ਭੇਤ ਸਮਝ ਦੇਣ 'ਚ ਮੇਰੀ ਬਹੁਤ ਮਦਦ ਕੀਤੀ ਜੀ ਜੀ। ਸੋ ਇੱਥੇ ਸਾਨੂੰ ਇੱਕ ਬਹੁਤ ਹੀ ਵੱਡੀ ਗੱਲ ਪਤਾ ਲੱਗੀ ਕਿ ਇੱਕ ਸਾਇੰਸ ਦਾ ਸਟੂਡੈਂਟ ਜਿਨ੍ਹਾਂ ਨੂੰ ਅਧਿਆਪਕਾਂ ਨੇ ਕਿਹਾ ਕਿ ਨੰਬਰ ਬਹੁਤ ਵਧੀਆ ਨੇ, ਸਾਇੰਸ ਲੈਣੀ ਚਾਹੀਦੀ ਹੈ, ਜੋ ਕਿ ਅੱਜ ਵੀ ਟ੍ਰੈਂਡ ਚੱਲ ਰਿਹਾ, ਨੰਬਰ ਥੋੜ੍ਹੇ ਹਾਈ ਆਏ ਸਾਇੰਸ ਵਾਲੀ ਬੱਚਾ ਪਾਇਆ ਜਾਂਦਾ। ਜਦੋਂ ਕਿ ਸਰ ਨੇ ਆਪਣੀ ਰੁਚੀ ਦੇਖ ਕੇ, ਆਪਣੇ ਰੁਚੀ ਔਰ ਆਪਣੇ ਮਨ ਦੀ ਗੱਲ ਮੰਨਦਿਆਂ ਹੋਇਆਂ ਸਬਜੈਕਟ ਬਦਲੇ, ਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਸੁਰਜੀਤ ਪਾਤਰ ਦਾ ਨਾਮ ਕਿੱਡੇ ਵੱਡੇ ਲੈਵਲ ਦੇ ਉੱਤੇ ਹੈ। ਕਵਿਤਾ ਦਾ ਨਾਮ ਲੈਂਦੇ ਹਾਂ ਤਾਂ ਪਾਤਰ ਸਾਹਿਬ ਦਾ ਨਾਂ ਔਰ ਅਕਸ ਉੱਭਰਦਾ, ਤੇ ਪਾਤਰ ਸਾਹਿਬ ਦਾ ਨਾਮ ਲੈਂਦੇ ਹਾਂ ਤੇ ਕਵਿਤਾ ਸਾਡੇ ਸਾਹਮਣੇ ਆ ਜਾਂਦੀ ਆ। ਔਰ ਇੱਕ ਮਜ਼ੇਦਾਰ ਗੱਲ ਇਹ ਹੋਈ ਕਿ ਮੈਨੂੰ ਜਿਹੜੇ ਮੇਰੇ ਜਮਾਤੀ, ਜਦੋਂ ਮੈਂ ਪੰਜਾਬੀ MA ਕਰ ਰਿਹਾ ਸੀ ਤੇ ਉਹ ਫਿਜ਼ਿਕਸ ਪੜ੍ਹ ਰਹੇ ਸੀਗੇ ਜੀ, ਤੇ ਮੈਨੂੰ ਕਿਉਂਕਿ ਪੰਜਾਬੀ MA 'ਚ ਮੈਂ ਮੇਰਾ ਸ਼ੌਕ ਸੀ ਤੇ ਮਤਲਬ ਜਨੂਨ ਸੀ ਇੱਕ ਜੀ,
ਤੇ ਮੈਂ ਫਸਟ ਵੀ ਆਇਆ, 골ਡ ਮੈਡਲਿਸਟ ਬਣਿਆ। ਕੀ ਬਾਤ ਹੈ। ਤੋ ਮੈਨੂੰ ਮਤਲਬ ਐਵੇਂ ਕਰਨ ਸਾਰੀ ਮੈਨੂੰ ਸਕਾਲਰਸ਼ਿਪ ਮਿਲ ਗਈ। ਅੱਛਾ ਜੀ। ਤੇ ਜਿਹੜੇ ਮੇਰੇ ਦੋਸਤ ਫਿਜ਼ਿਕਸ 'ਚ ਬੱਚੇ ਸੀ ਉਹਨਾਂ ਨੂੰ, ਮੇਰੇ ਦੋਸਤਾਂ ਨੂੰ ਲਾਇਬ੍ਰੇਰੀ ਸਾਇੰਸ ਦਾ ਕੋਰਸ ਹੋਰ ਕਰਨਾ ਪਿਆ। ਓਕੇ। ਸੋ ਮੈਂ ਇਦਾਂ ਸਮਝਿਆ ਕਿ ਜਿਹੜਾ, ਕਿਉਂਕਿ ਮੇਰਾ ਇੱਕ ਉਹ ਜਜ਼ਬਾ ਸੀਗਾ ਜੀ, ਤੇ ਜਿਹੜਾ ਤੁਹਾਡਾ ਜਜ਼ਬਾ ਹੋਵੇ, ਜਨੂਨ ਹੋਵੇ, ਸ਼ੌਕ ਹੋਵੇ, ਤੁਸੀਂ ਉਸ ਰਾਹ 'ਚ ਜ਼ਰੂਰ ਸ਼ਾਈਨ ਕਰਦੇ ਹੋ। ਜੀ ਸਰ। ਚਮਕਦੇ ਹੋ, ਹਨਾ ਜੀ। ਜੇ ਤੁਸੀਂ ਅੱਧੇ ਜੇ ਮਨ ਨਾਲ ਕੰਮ ਕਰੋਗੇ ਤਾਂ ਉਹ ਤੁਸੀਂ ਪਿੱਛੇ ਕਿਤੇ ਪੈਰ ਧਰੀਕਦੇ ਮੀਡੀਓਕਰ ਰਹਿ ਜਾਂਦੇ। ਸੋ ਮੇਰੀ ਇਹ ਹੁੰਦੀ ਕਿ ਤੁਸੀਂ ਜਿਹੜੇ ਵੀ ਖੇਤਰ ਨੂੰ ਚੁਣੋ ਜੀ, ਉਹ ਆਪਣੇ ਰੂਹ ਨੂੰ, ਮਨ ਨੂੰ, ਦਿਲ ਨੂੰ ਪੁੱਛ ਕੇ ਔਰ ਆਪਣਾ ਪੂਰੀ ਉਹਦੇ ਵਿੱਚ ਜਿੰਦ ਜਾਨ ਲਾ ਦਿਓ। ਜੀ। ਇੱਥੇ ਇੱਕ ਮੇਰੇ ਮਨ ਵਿੱਚ ਹੁਣੇ ਸਵਾਲ ਆਇਆ ਕਿ ਤੁਹਾਡੀ ਇੰਨੀ ਜ਼ਿਆਦਾ ਕਨਵਿਕਸ਼ਨ, ਤੁਹਾਡਾ ਇੰਨਾ ਜ਼ਿਆਦਾ ਦ੍ਰਿੜ ਨਿਸ਼ਚੇ ਕਿ ਮੈਨੂੰ ਇਸੇ ਲਾਈਨ ਦੇ ਵਿੱਚ ਜਾਣਾ ਚਾਹੀਦਾ, ਮੈਨੂੰ ਆਰਟਸ ਪੜ੍ਹਨੀ ਚਾਹੀਦੀ ਹੈ, ਮੈਂ ਕਵਿਤਾ ਔਰ ਸਾਹਿਤ ਦੇ ਮੇਰੇ ਨੇੜੇ ਦਾ ਵਾਸਤਾ, ਇਹ ਆਮ ਤੌਰ ਤੇ ਅੱਜ ਤਾਂ ਮੈਂ ਕਹਿ ਸਕਦਾ ਕਿ ਤੁਹਾਨੂੰ ਸੈਲਫ ਨੌਲੇਜ ਔਰ ਆਪਣਾ ਸਵੈ ਗਿਆਨ ਤੁਹਾਨੂੰ ਅੱਜ ਦੀ ਡੇਟ 'ਚ ਉਮਰ ਦੇ ਪੜਾਅ ਦੇ ਹਿਸਾਬ ਨਾਲ, ਐਕਸਪੀਰੀਅੰਸ ਦੇ ਹਿਸਾਬ ਨਾਲ ਤੁਹਾਨੂੰ ਹੁਣ ਬਹੁਤ ਹੋਏਗਾ। ਪਰ ਜੇ ਮੈਂ ਪਿੱਛੇ ਜਾਵਾਂ, ਤੁਸੀਂ ਇੱਕ ਵਿਦਿਆਰਥੀ ਸੀ, ਛੋਟੀ ਉਮਰ ਦੇ ਸੀ। ਅੱਜ ਦੇ ਵਿਦਿਆਰਥੀਆਂ ਨੂੰ ਵੀ ਆਪਣੇ ਬਾਰੇ ਗਿਆਨ ਬਹੁਤ ਘੱਟ ਹੁੰਦਾ, ਜਿੱਦਾਂ ਕੋਈ ਕਹਿੰਦਾ ਉਦੋਂ ਹੀ ਮਗਰ ਲੱਗਦੇ ਨੇ। ਤੇ ਮੈਂ ਇੱਥੇ ਜਾਣਨਾ ਚਾਹੂੰਗਾ ਵੀ ਇਹਦਾ ਰਾਜ ਕੀ ਹੈ, ਤੁਹਾਨੂੰ ਕਿੱਦਾਂ ਇੰਨੇ ਆਪਣੇ ਬਾਰੇ ਗਿਆਨ ਥੋੜਾ ਵੱਧ ਹੋ ਸੀ ਵੀ ਮੈਂ ਇਦਾਂ ਹੀ ਕਰਨਾ। ਅਸਲ 'ਚ ਅਮਨ, ਮੈਂ ਇਹਦਾ ਸੋਚਦਾ ਕਿ ਮੈਨੂੰ ਕਿੱਦਾਂ ਗਿਆਨ ਹੋਇਆ ਕਿ ਮੈਂ, ਜਿੱਦਾਂ ਮੇਰੇ ਘਰ 'ਚ ਕੁਝ ਧਾਰਮਿਕ ਕਿਤਾਬਾਂ ਸੀ ਜੀ, ਤੇ ਮੈਂ ਇੰਨਾ ਪੜ੍ਹਨ ਦਾ ਸ਼ੌਕੀਨ ਸੀ ਕਿ ਉਹ ਕੁਝ ਸਿਰ ਵਿੱਚੋਂ ਸਾਰੇ ਕਿਤਾਬਾਂ ਮੁੱਕ ਗਈਆਂ ਜੀ। ਤੇ ਫਿਰ ਮੇਰੀ ਭੈਣ, ਵੱਡੀ ਭੈਣ ਦੇ ਸਹੁਰੇ ਘਰ, ਅੱਛਾ ਜੀ, ਮੈਂ ਚਲ ਜਾਣਾ ਛੁੱਟੀਆਂ 'ਚ, ਉੱਥੇ ਕਿਤਾਬਾਂ ਬਹੁਤ ਸੀਗੀਆਂ ਜੀ। ਤੇ ਉਹ ਮੈਂ ਕਿਤਾਬਾਂ ਪੜ੍ਹਨੀਆਂ ਜੀ। ਤੋ ਇੱਕ ਤਰ੍ਹਾਂ ਜਦੋਂ ਮੈਂ ਕਾਲਜ ਵੀ ਦਾਖਲ ਹੋਇਆ ਤਾਂ ਮੇਰੀ ਸਭ ਤੋਂ ਪਹਿਲੀ ਇਹ ਸੀ ਕਿ ਮੈਂ ਜਿੰਨੀ ਵੀ ਕਵਿਤਾ ਇਸ ਲਾਇਬ੍ਰੇਰੀ 'ਚ ਆ, ਮੈਂ ਰੋਜ਼ ਇੱਕ ਕਿਤਾਬ ਇਸ਼ੂ ਕਰਾਉਣੀ ਜੀ ਸਰ, ਉਹ ਪੜ੍ਹ ਕੇ ਦੂਏ ਦਿਨ ਉਹਨੂੰ ਮੋੜਨਾ, ਫਿਰ ਦੂਜੀ ਕਰਾਉਣੀ। ਕਿ ਜਿਹੜਾ ਮੈਨੂੰ ਇਸ ਤੋਂ ਅਹਿਸਾਸ ਹੋ ਚੁੱਕਾ ਸੀ ਕਿ ਮੇਰੇ ਪੜ੍ਹਨ ਤੋਂ ਕਿ ਜਿਹੜੀ ਮੇਰੇ ਅੰਦਰ ਇੰਨੀ ਤੜਪ ਹੈ, ਇੰਨੀ ਜਾਨੀ ਭੁੱਖ ਜਾਂ ਤ੍ਰਿਸ਼ਨਾ ਹੈ ਜੀ ਕਵਿਤਾ ਨੂੰ ਪੜ੍ਹਨ ਦੀ ਜੀ, ਤੋ ਮੇਰੇ ਕੋਲ ਕੋਈ ਹੋਰ ਚਾਰਾ ਹੀ ਨਹੀਂ ਸੀ। ਮਤਲਬ ਤੁਸੀਂ ਉਹਦੇ ਪਿਆਰ 'ਚ ਡੁੱਬੇ ਹੋਏ ਹੋ ਜੀ। ਸੋ ਮੈਨੂੰ ਇਹੀ ਸੀ ਕਿ ਇਹੀ ਮੇਰਾ ਪਿਆਰ ਆ ਜੀ, ਇਹੀ ਮੇਰਾ ਸ਼ੌਕ ਆ, ਤੋ ਇਹੀ ਮੇਰਾ ਪੇਸ਼ਾ ਹੋਣਾ ਚਾਹੀਦਾ ਜੀ। ਪੜ੍ਹਨ ਦੇ ਵਿੱਚ ਮੁੱਢਲੀ ਸਿੱਖਿਆ ਤੋਂ ਲੈ ਲਈਏ, ਪ੍ਰਾਇਮਰੀ ਐਜੂਕੇਸ਼ਨ ਤੋਂ ਹਾਇਰ ਐਜੂਕੇਸ਼ਨ, ਤੁਸੀਂ PhD ਵੀ ਕੀਤੀ ਹੈ। ਸੁਰਜੀਤ ਪਾਤਰ ਜੀ ਸ਼ੌਂਕ ਦੇ ਤੌਰ ਤੇ ਜ਼ਿਆਦਾ ਪੜ੍ਹਦੇ ਸੀ ਜਾਂ ਕਿਤੇ ਬੋਝ ਵੀ ਲੱਗਿਆ ਕਿ ਮੈਂ ਪੜ੍ਹਨਾ ਪੈ ਰਿਹਾ? ਕਿਉਂਕਿ ਆਮ ਤੌਰ ਤੇ ਵਿਦਿਆਰਥੀ ਜੀਵਨ ਦੇ ਵਿੱਚ ਸਾਨੂੰ ਕਦੇ ਨਾ ਕਦੇ ਲੱਗਦਾ, ਤੇ ਇਹਦੇ ਬਾਰੇ ਕੀ ਦੱਸੋਗੇ? ਮਤਲਬ ਅਸਲ ਗੱਲ ਸੀ ਕਿ ਜਦੋਂ ਜਿਵੇਂ ਕਿਹਾ ਕਿ ਪਹਿਲਾਂ ਮੇਰੇ ਘਰੋਂ ਕਿਤਾਬਾਂ ਵੀ ਮੁੱਕ ਗਈਆਂ ਜਿਹੜੀਆਂ ਪੜ੍ਹਨ ਵਾਲੀਆਂ ਸੀ ਜੀ। ਤੋ ਮੇਰੇ 'ਚ ਪੜ੍ਹਨ ਦੀ ਇੰਨੀ ਜ਼ਿਆਦਾ ਸੀਗੀ, ਸਮਝ ਲਓ ਕਿ ਜਿਹਨੂੰ ਕਹਿੰਦੇ ਕਿ ਲਾਲਸਾ ਜੀ, ਕਿ ਜਦੋਂ ਕੋਈ ਨਾਨਕ ਸਿੰਘ ਦਾ ਨਾਵਲ ਮਿਲ ਜਾਣਾ, ਲੱਗਣਾ ਕਿ ਬਹਿਸ਼ਤ ਮਿਲ ਗਈ ਕਿ ਹੁਣ ਮੇਰੇ 2-3 ਦਿਨ ਬਹੁਤ ਸ਼ਾਨਦਾਰ ਗੁਜ਼ਰਨਗੇ ਜੀ। ਔਰ ਇੱਕ ਤਰ੍ਹਾਂ ਜਦੋਂ ਮੈਂ ਕਾਲਜ ਆਇਆ ਤੇ ਮੈਂ ਪਿੰਡ ਆਪਣੇ 'ਚ ਇੱਕ ਕਿਸਮ ਦਾ ਮੈਨੂੰ ਲੱਗਦਾ ਸੀ ਕਿ ਪਿੰਡ ਮੇਰੇ 'ਚ ਨਾ ਬੋਰਡਮ ਆ ਮੇਰੀ ਸ਼ਖਸੀਅਤ ਦੇ ਪੱਲਣ ਲਈ ਕੋਈ ਲਾਇਬ੍ਰੇਰੀ ਨਹੀਂ, ਕੋਈ ਇਹੋ ਜਿਹਾ ਕੋਈ ਥਾਂ ਨਹੀਂ ਹਨਾ ਕਿ ਜਿੱਥੇ ਸਾਹਿਤ ਦੀ ਗੱਲ ਹੁੰਦੀ ਹੋਵੇ, ਨਾਟਕ ਦੀ ਗੱਲ। ਪਰ ਜਦੋਂ ਮੈਂ ਕਾਲਜ ਆਇਆ ਤੇ ਮੈਨੂੰ ਮਹਿਸੂਸ ਕੀਤਾ ਕਿ ਮੇਰੀ ਆਹ ਥਾਂ ਸੀ ਜੀ। ਔਰ ਕਿਤਾਬਾਂ ਤਾਂ ਸਮਝ ਲਓ ਕਿ ਮੇਰੀ ਜਿੰਦ ਜਾਨ ਸੀ ਕਿ ਕਦੀ ਮੈਨੂੰ ਇਦਾਂ ਲੱਗੇ ਪੜ੍ਹਨਾ ਪੈ ਰਿਹਾ ਕਿ ਮੈਨੂੰ ਹਮੇਸ਼ਾ ਐਂ ਲੱਗੇ, ਮੈਂ ਤਾਂ ਜਿਹੜੇ ਕੋਰਸ ਦੀਆਂ ਕਿਤਾਬਾਂ ਵੀ ਸੀ ਉਹ ਜਦੋਂ ਆਉਣੀਆਂ ਮੈਂ ਉਹਨਾਂ ਨੂੰ 2-4 ਦਿਨ 'ਚ ਸਾਰੀਆਂ ਪੜ੍ਹ ਲੈਂਦਾ ਸੀ, ਖਾਸ ਕਰਕੇ ਪੰਜਾਬੀ ਦੀਆਂ ਜਿਹੜੀਆਂ ਸੀ। ਪਾਤਰ ਸਾਹਿਬ, ਅਗਲਾ ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਤੁਹਾਨੂੰ ਕਿਹੜੇ ਅਧਿਆਪਕਾਂ ਨੇ ਪ੍ਰਾਇਮਰੀ ਐਜੂਕੇਸ਼ਨ ਤੋਂ ਲੈ ਕੇ ਹਾਇਰ ਐਜੂਕੇਸ਼ਨ ਤੱਕ ਪ੍ਰਭਾਵਿਤ ਕੀਤਾ? ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਚੇਂਜਸ ਆਈਆਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ? ਦੇਖੋ, ਪ੍ਰਾਇਮਰੀ ਵਿੱਚ ਜਿਹੜੇ ਸਾਡੇ ਅਧਿਆਪਕ ਸੀ, ਜਿਸ ਤਰ੍ਹਾਂ ਖੇਮ ਚੰਦ, ਮੈਂ ਕਹਿਣਾ ਕਿ ਮੈਂ ਉਹਨਾਂ ਨੂੰ, ਉਹ ਤੁਰ ਕੇ ਕਰਤਾਰਪੁਰ ਤੋਂ ਮੇਰੇ ਪਿੰਡ ਆਉਂਦੇ ਹੁੰਦੇ ਸੀ ਤੇ ਫਿਰ ਸਾਡੀਆਂ ਉਹਨਾਂ ਨੇ ਕਲਮਾਂ ਕੱਢਣੀਆਂ। ਅੱਛਾ ਜੀ। ਸੋ ਮੈਨੂੰ ਉਹ ਇੱਕ ਬਹੁਤ ਮਿੱਠੀ ਸ਼ਖਸੀਅਤ ਔਰ ਬੱਚਿਆਂ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਦੇ ਤੌਰ ਤੇ ਇੱਕ ਆਦਰਸ਼ ਅਧਿਆਪਕ ਮੈਂ ਉਹਨਾਂ ਨੂੰ ਦੇਖਦਾ। ਫਿਰ ਜਦੋਂ ਮੈਂ
ਖਾਲਸਾ ਸਕੂਲ ਖਹਿਰਾ ਮੱਝਾ ਚ ਆਉਣਾ ਤੇ ਉੱਥੇ ਮੇਰੇ ਜਿਹੜੇ ਵਤਨ ਸਿੰਘ ਗਿੱਲ ਹੈਡਮਾਸਟਰ ਨੇ, ਉਹਨਾਂ ਦੀ ਜਿਹੜੀ ਮਿਹਨਤ ਸੀ, ਉਹਨਾਂ ਦਾ ਵਿਦਿਆਰਥੀਆਂ ਨਾਲ ਲਗਾਅ ਸੀ, ਜਾਂ ਜਿਸ ਤਰ੍ਹਾਂ ਉਹ ਸਾਡੇ ਮਨ 'ਚ ਘੋਲ ਕੇ ਗੱਲਾਂ ਪਾਉਂਦੇ ਸੀ ਕਿ ਅਸੀਂ ਜਾਨੀ ਉਹਨਾਂ ਨੂੰ ਮੰਤਰ ਮੁਗਧ ਹੋਏ ਸੁਣਦੇ ਹੁੰਦੇ ਸੀ ਜੀ। ਤੋ ਇਸੇ ਤਰ੍ਹਾਂ ਹੀ ਇੱਕ ਸਾਡੇ ਮਾਸਟਰ ਸ਼ੰਕਰ ਦਾਸ ਸੀ ਜੀ, ਉਹ ਹੈ ਤਾਂ ਹਿਸਾਬ ਦੇ ਸੀਗੇ ਅਧਿਆਪਕ ਜੀ ਸਰ। ਹਿਸਾਬ ਵੀ ਬਹੁਤ ਦਿਲਚਸਪ ਤਰੀਕੇ ਨਾਲ ਪੜ੍ਹਾਉਂਦੇ ਸੀਗੇ ਤੇ ਪਰ ਕਦੀ ਕਦੀ ਜਿਹੜਾ ਸਾਡਾ ਮਾਸਟਰ ਪੜ੍ਹਨ ਨੂੰ ਜੀ ਨਹੀਂ ਕਰਦਾ ਤੇ ਉਹਨਾਂ ਨੇ ਕਹਿਣਾ ਅੱਛਾ ਕੋਈ ਨਹੀਂ, ਫਿਰ ਦਰਵਾਜ਼ਾ ਬੰਦ ਕਰ ਦਿਓ। ਤੇ ਉਹਨਾਂ ਨੇ ਕਹਿਣਾ ਕੀ ਫਿਰ ਕੀ ਜੀ ਕਰਦਾ, ਅੱਜ ਕੱਲ੍ਹ ਸਾਨੂੰ ਤੁਸੀਂ ਕੋਈ ਨਾ ਕਹਾਣੀ ਸੁਣਾਓ। ਉਹਨਾਂ ਨੂੰ ਕਹਾਣੀਆਂ ਬਹੁਤ ਸੀ, ਬਾਤਾਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਤੇ ਉਹਨਾਂ ਨੇ ਸਾਨੂੰ ਬਹੁਤ ਖੂਬਸੂਰਤ ਕੋਈ ਨਾ ਕੋਈ ਬਾਤ ਜਿਹੜੀ ਇਹ ਗੱਲ ਵਾਪਰਦੀ ਸੀ, ਯਾਨੀ ਕਦੀ ਮਹੀਨੇ ਕੁ ਬਾਅਦ, ਕਦੀ 15, ਪਰ ਉਹ ਇਹ ਸੀ ਕਿ ਸਾਨੂੰ ਜ਼ਰੂਰ ਉਹ ਸੁਣਾਉਂਦੇ, ਔਰ ਉਹਨਾਂ ਦਾ ਸੁਣਾਉਣ ਦਾ ਤਰੀਕਾ, ਸੋ ਇੱਕ ਤਰ੍ਹਾਂ ਜਿਹੜਾ ਲੋਕ ਧਾਰਾ 'ਚ ਬਾਅਦ 'ਚ ਮੈਂ ਕੰਮ ਕੀਤਾ, ਸੋ ਲੋਕ ਸਾਹਿਤ ਨਾਲ ਜੁੜਨ ਦਾ ਮੈਨੂੰ ਉਹਨਾਂ ਦੀਆਂ ਜਿਹੜੀਆਂ ਬਾਤਾਂ ਸੀ ਉਹਨਾਂ ਦਾ ਵੀ ਉਹਦੇ ਵਿੱਚ ਯੋਗਦਾਨ ਹੈ ਜੀ। ਔਰ ਇੱਕ ਸਾਡੇ ਮਾਸਟਰ ਸੀਗੇ ਮਹਿੰਦਰ ਸਿੰਘ, ਤਾਂ ਉਹਨਾਂ ਦੀ ਖੂਬਸੂਰਤੀ ਇਹ ਸੀ ਕਿ ਉਹ ਸਾਡੀਆਂ ਜਿਹੜੀਆਂ ਸੱਭਿਆਚਾਰਕ ਗਤੀਵਿਧੀਆਂ ਸੀ, ਕਿ ਜਿਸ ਤਰ੍ਹਾਂ ਕੋਈ ਗੁਰਪੁਰਬ ਬਣਾਉਣਾ ਤਾਂ ਉਹਨਾਂ ਨੇ ਕਹਿਣਾ ਵੀ ਆਪਾਂ ਗੁਰਪੁਰਬ ਬਣਾਉਣਾ ਤੇ ਤੁਸੀਂ ਮੇਰੇ ਨਾਲ ਬੈਠ ਕੇ ਸ਼ਬਦ ਪੜ੍ਹਨੇ, ਮੇਰੇ ਪਿੱਛੇ ਪਿੱਛੇ ਪੜ੍ਹਨਾ। ਤਾਂ ਉਹਨਾਂ ਨੇ ਸਾਨੂੰ ਇਹ ਸ਼ੌਕ ਪਾਇਆ ਜਿਹਨੂੰ ਕਹਿੰਦੇ ਕਿ ਮੈਂ ਗੀਤ ਸੰਗੀਤ ਦਾ ਜਾਂ ਕਵਿਤਾ ਦਾ ਸ਼ੌਕ ਉਹਨਾਂ ਨੇ ਪਾਇਆ। ਉਸ ਤੋਂ ਬਾਅਦ ਡਾਕਟਰ ਸੁਰਜੀਤ ਸਿੰਘ ਸੇਠੀ, ਉਹਨਾਂ ਦੀ ਜੀਵਨ ਸਾਥਣ ਮਨੋਹਰ ਕੌਰ ਅਰਪਣ, ਉਹਨਾਂ ਦਾ ਮੇਰੀ ਜ਼ਿੰਦਗੀ 'ਚ ਬਹੁਤ ਯੋਗਦਾਨ ਆ। ਇਹ ਕੁਛ ਬੜੀ ਦਿਲਚਸਪ ਘਟਨਾ ਇੱਦਾਂ ਵੀ ਹੋਈ ਵੀ ਮੈਂ ਉਦੋਂ ਲਿਖਣ ਲੱਗ ਪਿਆ ਸੀ ਕਵਿਤਾ, ਤੇ ਮੈਂ ਉਹ ਕਾਲਜ ਮੈਗਜ਼ੀਨ ਦੇ ਐਡੀਟਰ ਸੀ ਜੀ, ਅਜੇ ਉਹ ਕਲਾਸ ਲੱਗਣੀ ਸ਼ੁਰੂ ਹੋਣੀ ਸੀ ਉਹਨਾਂ ਦੀ, ਤੇ ਮੈਂ ਉਹਨਾਂ ਨੂੰ ਇੱਕ ਆਪਣੀ ਗਜ਼ਲ ਦੇਣ ਗਿਆ ਤੇ ਮੈਨੂੰ ਗਜ਼ਲ ਪੜ੍ਹ ਕੇ ਉਹ ਬਹੁਤ ਗੁੱਸੇ ਹੋਏ, ਮੈਨੂੰ ਕਹਿੰਦੇ ਤੂੰ ਕਿਹਦੀ ਗਜ਼ਲ ਚੁਰਾ ਕੇ ਲਿਆਇਆ। ਤੇ ਜਾਨੀ ਮੇਰੀਆਂ ਅੱਖਾਂ ਨਮ ਹੋ ਗਈਆਂ ਤੇ ਉਹਨਾਂ ਮੈਨੂੰ ਗਜ਼ਲ ਮੋੜਤੀ, ਜਿਵੇਂ ਉਹਨਾਂ ਨੂੰ ਮਤਲਬ ਇਹ ਹੋਇਆ ਕਿ ਵੀ ਗਜ਼ਲ ਇਹਦੀ ਆਪਣੀ ਨਹੀਂ ਹੈ। ਤੇ ਉਹ ਮੇਰੇ ਲਈ ਬੜਾ ਉਦਾਸ ਦਿਨ ਸੀ ਜੀ। ਪਰ ਫਿਰ ਹੋਇਆ ਕਿ ਜਿਸ ਦਿਨ ਉਹਨਾਂ ਨੇ ਕਲਾਸ ਲਾਈ ਆਪਣੀ, ਅਸੀਂ ਵਿਦਿਆਰਥੀ ਬੈਠੇ ਤੇ ਉਹ ਕਹਿਣ ਲੱਗੇ ਕਿ ਤੁਸੀਂ ਆਪਣੇ ਦੋਸਤ ਨੂੰ ਖਤ ਲਿਖੋ ਜਿਸ ਦੀ ਮਾਤਾ ਜੀ ਗੁਜ਼ਰ ਗਏ ਆ, ਤੇ ਤੁਸੀਂ ਉਹਨਾਂ ਨੂੰ ਅਫਸੋਸ ਦੀ ਚਿੱਠੀ ਲਿਖੋ, ਉਹ 'ਚ ਦਿਲਾਸਾ ਦਿਓ। ਤੇ ਆਪ ਉਹ ਬੈਠ ਗਏ ਤੇ ਸਾਨੂੰ ਚਿੱਠੀ ਲਿਖਣ ਲਈ ਕਹਿ ਤਾ ਜੀ। ਸੋ ਮੈਂ ਜਦੋਂ ਚਿੱਠੀ ਲਿਖ ਕੇ ਉਹਨਾਂ ਕੋਲ ਗਿਆ ਤੇ ਮੈਨੂੰ ਉਹ ਚਿੱਠੀ ਪੜ੍ਹ ਕਹਿਣ ਲੱਗੇ ਉਹ ਗਜ਼ਲ ਲੈ ਆਏ। ਮਤਲਬ ਉਹਨਾਂ ਨੂੰ ਚਿੱਠੀ ਤੋਂ ਯਕੀਨ ਆਇਆ ਵੀ ਇਹ ਜੇ ਚਿੱਠੀ ਬੰਦਾ ਏਦਾਂ ਲਿਖ ਸਕਦਾ ਤਾਂ ਗਜ਼ਲ ਵੀ ਲਿਖ ਸਕਦਾ। ਸੋ ਬਹੁਤ ਉਹ ਮੇਰੇ ਲਈ, ਫਿਰ ਮੈਨੂੰ ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਔਰ ਮੈਨੂੰ ਕਾਲਜ ਮੈਗਜ਼ੀਨ ਦਾ ਸਟੂਡੈਂਟ ਐਡੀਟਰ ਬਣਾ ਦਿੱਤਾ। ਤਾਂ ਫਿਰ ਇੱਥੋਂ ਤੱਕ ਕਿ ਉਹਨਾਂ ਨੇ ਆਪਣੀ ਕਵਿਤਾ ਦੂਏ ਸਫ਼ੇ ਤੇ ਲਾਈ, ਮੇਰੀ ਕਵਿਤਾ ਪਹਿਲੇ ਸਫ਼ੇ ਤੇ ਲਾਈ। ਕਿ ਇਹੋ ਜਿਹਾ ਕੰਮ ਵੀ ਕੋਈ ਅਧਿਆਪਕ ਪਿਆਰ ਨਾਲ ਜਾਂ ਬੱਚੇ ਦੀ ਹੌਸਲਾ ਅਫਜ਼ਾਈ ਕਰ ਸਕਦਾ, ਉਹ ਮੇਰੇ ਲਈ ਬਹੁਤ ਵੱਡੀ ਗੱਲ ਸੀ। ਏਦਾਂ ਉਹਨਾਂ ਦੀ ਜੀਵਨ ਸਾਥੀ ਮਨੋਹਰ ਕੌਰ ਅਰਪਣ, ਉਹਨਾਂ ਨੇ ਵੀ ਮੈਨੂੰ ਕਹਿਣਾ ਹਰੇਕ ਸਮਾਗਮ ਤੇ ਕਿ ਤੂੰ ਕਵਿਤਾ ਪੜ੍ਹਨੀ ਆ। ਸੋ ਉਹਨਾਂ ਦਾ ਮੇਰੀ ਜ਼ਿੰਦਗੀ 'ਚ ਬਹੁਤ ਵੱਡਾ ਯੋਗਦਾਨ ਆ ਜਿਹੜਾ ਮੈਂ ਕਦੀ ਨਹੀਂ ਵਿਸਰ ਸਕਦਾ। ਔਰ ਉਸ ਤੋਂ ਬਾਅਦ MA ਵਿੱਚ ਆ ਕੇ ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਕਿ ਡਾਕਟਰ ਦਲੀਪ ਕੌਰ ਟਿਵਾਣਾ ਔਰ ਪ੍ਰੇਮ ਪ੍ਰਕਾਸ਼ ਸਿੰਘ, ਸੋ ਇਹਨਾਂ ਅਧਿਆਪਕਾਂ ਨੇ ਵੀ ਸਾਨੂੰ ਦੋਸਤਾਂ ਵਾਂਗ ਆਪਣੇ ਨਾਲ ਰੱਖਿਆ। ਔਰ ਡਾਕਟਰ ਰਤਨ ਸਿੰਘ ਜੱਗੀ ਸੀਗੇ, ਡਾਕਟਰ ਹਰਚਰਨ ਸਿੰਘ, ਸੋ ਇਹ ਅਧਿਆਪਕ ਬਹੁਤ ਆਪਣੇ ਇੱਕ ਤਾਂ ਇਹ ਸੀ ਕਿ ਆਪਣੇ ਫੀਲਡ ਦੇ ਉਹ ਵਿਸ਼ੇਸ਼ਕ ਸੀਗੇ। ਤੋ ਜਿੰਨੀ ਲਗਨ ਕਿ ਇੱਕ ਬੰਦਾ ਭਾਸ਼ਾ ਵਿਗਿਆਨੀ ਆ ਤਾਂ ਉਹਨੇ ਆਪਣੀ ਜ਼ਿੰਦਗੀ ਭਾਸ਼ਾ ਵਿਗਿਆਨ ਨੂੰ ਡੈਡੀਕੇਟ ਕੀਤੀ ਹੋਈ ਆ। ਸੋ ਇਹ ਸਾਰੇ ਅਧਿਆਪਕ ਮੈਂ ਯਾਦ ਕਰਦਾ, ਇਹਨਾਂ ਨੂੰ ਮੈਂ ਨਮਸਕਾਰ ਕਰਦਾ ਔਰ ਇਹ ਮੇਰੇ ਦਿਲ 'ਚ ਵਸਣ ਵਾਲੇ ਅਧਿਆਪਕ। ਜੀ। ਤੁਸੀਂ ਉਹਨਾਂ ਦਾ ਸਾਰਿਆਂ ਦਾ ਜ਼ਿਕਰ ਕਰ ਰਹੇ ਸੀ ਤੇ ਮੈਨੂੰ ਏਦਾਂ ਲੱਗ ਰਿਹਾ ਸੀ ਕਿ ਮੈਂ ਤੁਹਾਡੇ ਨਾਲ ਉਹਨਾਂ ਸਾਰਿਆਂ ਨੂੰ ਦੇਖ ਰਿਹਾ ਤੇ ਮਿਲ ਰਿਹਾ। ਕਾਫੀ ਇਮੋਸ਼ਨਲ ਪਲ ਸੀ ਤੁਹਾਡੇ ਲਈ, ਮੈਂ ਦੇਖ ਰਿਹਾ ਸੀ। ਤੇ ਅਧਿਆਪਕ ਦੀ ਸਦਾ ਹੀ ਦੇਣ ਹੁੰਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ, ਨਵੇਂ ਮੋੜ ਦੇਣ ਲਈ, ਸਾਡੀ ਜ਼ਿੰਦਗੀ ਸਥਾਪਿਤ ਕਰਨ ਲਈ। ਤੇ ਤੁਸੀਂ ਬਹੁਤ ਮਹਾਨ ਅਧਿਆਪਕਾਂ ਤੋਂ ਪੜ੍ਹੇ ਹੋ।
ਅੱਗੇ ਆਪਾਂ ਗੱਲ ਕਰਾਂਗੇ ਤੁਹਾਡੀ ਪ੍ਰੋਫੈਸ਼ਨਲ ਲਾਈਫ ਦੇ ਬਾਰੇ, ਤੁਹਾਡੀ ਪ੍ਰਾਇਮਰੀ ਐਜੂਕੇਸ਼ਨ, 10th ਦੀ ਐਜੂਕੇਸ਼ਨ, ਦੈਨ ਤੁਹਾਡੀ ਹਾਇਰ ਐਜੂਕੇਸ਼ਨ, ਤੇ ਫਿਰ ਤੁਸੀਂ ਕਿਹੜਾ ਕਿੱਤਾ ਚੁਣਿਆ, ਕਿਸ ਲਾਈਨ ਦੇ ਵਿੱਚ ਗਏ, ਰੁਜ਼ਗਾਰ ਲਈ ਤੁਸੀਂ ਕਿੱਥੇ ਨੌਕਰੀ ਕੀਤੀ? ਮੇਰੀ ਜਿਹੜੀ ਪਹਿਲੀ ਨੌਕਰੀ ਉਹ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਅੰਮ੍ਰਿਤਸਰ ਦੇ ਕੋਲ ਸੀ ਜੀ। ਉੱਥੇ ਮੈਂ 1 ਸਾਲ ਪੜ੍ਹਾਇਆ ਜੀ। ਤੇ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਮਿਲੇ। ਉਹ ਖਾਲਸਾ ਕਾਲਜ ਜਲੰਧਰ ਇੱਕ ਕਵੀ ਦਰਬਾਰ ਸੀ। ਅੱਛਾ ਜੀ। ਤੇ ਉਸ ਕਵੀ ਦਰਬਾਰ ਤੇ ਮੈਂ ਵੀ ਸੀ, ਪਾਸ਼ ਆਇਆ ਹੋਇਆ ਸੀ, ਸੁਰਿੰਦਰ ਗਿੱਲ ਸੀਗੇ ਜੀ, ਪ੍ਰੋਫੈਸਰ ਮੋਹਨ ਸਿੰਘ ਸੀਗੇ। तो उस कवि दरबार तो बाद मैनू प्रोफैसर मोहन सिंह मिले। उत्थे मैं एक कविता मैं पढ़ी सी, बुढ़ी जादूगरनी आखदी है इदां। ते मैनू ओह मिले, मैनू कहंदे तू कित्थे हुंदा? मैं कहा जी मैं बाबा बुढ़ा कॉलेज पढ़ा रहा। ते मैनू कहंदे तू मेरे कोल पंजाब खेतीबाड़ी यूनीवर्सिटी विच आ जा। अच्छा जी। तो मैं उन्होंने कहा जी मेरी तां पंजाबी दी MA कीती हुई है मैं, ते ओह यूनीवर्सिटी तां खेतीबाड़ी दी जां साइंस दी यूनीवर्सिटी है। अच्छा जी। ते उत्थे मैं की करूँगा जी? मैनू कहण लगे मैं भी किहड़ा साइंस दी MA आ, भी जो मैं करदा ओही तू करी जाईं। ठीक है जी। और असल च गल की ये सी कि उस वेले MS रंधावा BC सीगे। अच्छा जी। जिन्हां ने ये साइंस दी ते खेतीबाड़ी दी यूनीवर्सिटी विच भी एक गल कदी नहीं विसारी सी कि सभ्याचार जां ਸਾਹਿਤ साडी जिंदगी दा एक अटुट अंग है जी। तो उन्होंने ਸਾਇੰਸ ਦੀ ਯੂਨੀਵਰਸਿਟੀ ਹੋਣ ਦੇ ਬਾਵਜੂਦ ਇੱਥੇ ਬਹੁਤ ਵੱਡੇ ਲੇਖਕਾਂ ਕਵੀਆਂ ਨੂੰ ਥਾਂ ਦਿੱਤੀ। ਤੋ ਮੈਂ ਵੀ ਪ੍ਰੋਫੈਸਰ ਮੋਹਨ ਸਿੰਘ ਹੋਣਾ ਦੀ ਫਿਰ ਗੱਲ ਮੰਨ ਕੇ ਇੱਥੇ ਆ ਗਿਆ PAU। ਅੱਛਾ ਜੀ। ਔਰ ਇੱਥੇ ਮੇਰੀ 32 ਸਾਲ ਦੀ ਨੌਕਰੀ ਹੈ ਜੀ। 32 ਸਾਲ ਮੈਂ ਇੱਥੇ ਪੜਾਇਆ ਜੀ। ਬਹੁਤ ਸਾਰੀਆਂ ਕਿਤਾਬਾਂ ਦਾ ਜਨਮ ਫਿਰ ਤੁਹਾਡਾ ਇੱਥੇ ਹੋਇਆ? ਮੇਰੀਆਂ ਕਿਤਾਬਾਂ ਸਮਝ ਲਓ ਕਿ ਇੱਥੇ ਰਹਿੰਦਿਆਂ ਹੀ ਮੈਂ एक किताब जे कहना होवे तां सी कोलाज किताब सी जिहड़ी 1973 च छपी जी सर। उदों भी खैर मैं इत्थे आ चुका सीगा। ते कोलाज किताब खैर सांझी किताब सी मेरी और परमिंदर जी ते डॉक्टर जोगिंदर सिंह कैरों जी। ते वो छपी है जिहड़ी मेरी। फिर उस तो बाद हवा विच लिखे हरफ जी, फिर बिरख अर्ज करे जी, फिर हनेरे बिसुलग दी वर्णमाला जी सर, लफ्जां दी दरगाह। तो ਇਹ ਕਿਤਾਬਾਂ ਫਿਰ ਮੈਂ ਕੁਝ ਨਾਟਕਾਂ ਦੇ ਅਨੁਵਾਦ ਕੀਤੇ, ਰੂਪਾਂਤਰਣ ਕੀਤੇ। ਅੱਗ ਦੇ ਕਲੀਰੇ, ਇੱਕ ਸੀ ਹੁਕਮੀ ਦੀ ਹਵੇਲੀ, ਇੱਕ ਸ਼ਹਿਰ ਮੇਰੇ ਦੀ ਪਾਗਲ ਔਰਤ, ਇੱਕ ਸੀ ਸਈਓ ਨੀ ਮੈਂ ਅੰਤਹੀਨ ਤਰਕਾਲਾਂ ਜੀ। ਸੋ ਇਹ ਸਾਰਾ ਕੰਮ ਮੈਂ ਯੂਨੀਵਰਸਿਟੀ ਵਿੱਚ ਪੜ੍ਹਾਉਂਦਿਆਂ ਹੀ ਇਹ ਸਾਰਾ ਕੰਮ ਕੀਤਾ। ਕੀ ਬਾਤ। ਕਿ ਇੱਥੇ ਦਾ ਇੱਕ ਮਾਹੌਲ ਸੀਗਾ ਸਾਹਿਤਕ ਤੇ ਸੱਭਿਆਚਾਰਕ ਜੀ ਸਰ, ਜਿਹਨੇ ਮੇਰੀ ਸਾਹਿਤ ਰਚਨਾ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ। ਪਾਤਰ ਸਾਹਿਬ, ਤੁਸੀਂ ਕੁਝ ਬੁੱਕਸ ਦੇ ਨਾਮ ਲਏ ਨੇ, ਕਿਤਾਬਾਂ ਦੇ ਨਾਮ ਲਏ ਨੇ, ਇਸ ਤੋਂ ਬਿਨਾਂ ਤੁਹਾਡੀਆਂ ਹੋਰ ਕਿਹੜੀਆਂ ਕਿਤਾਬਾਂ ਛਪ ਚੁੱਕੀਆਂ ਨੇ? ਇਸ ਤੋਂ ਬਾਅਦ ਮੇਰੀਆਂ ਜਿਹੜੀਆਂ ਕਿਤਾਬਾਂ, ਇੱਕ ਤਾਂ ਮੇਰੀ ਸੁਰ ਜ਼ਮੀਨ ਜੀ, ਉਹ ਤੋਂ ਬਾਅਦ ਗਜ਼ਲਾਂ ਦੀ ਕਿਤਾਬ ਆਈ। ਫਿਰ ਇੱਕ ਮੇਰੀ ਕਿਤਾਬ ਹੈ ਚੰਨ ਸੂਰਜ ਦੀ ਵਹਿੰਗੀ ਜੀ, ਨਜ਼ਮਾਂ ਤੇ ਗੀਤਾਂ ਦੀ ਕਿਤਾਬ ਹੈ ਜੀ। ਇੱਕ ਮੈਂ ਵਾਰਤਕ ਦੀ ਪੁਸਤਕ ਸੂਰਜ ਮੰਦਰ ਦੀਆਂ ਪੌੜੀਆਂ ਉਹ ਲਿਖੀ ਜੀ। ਫਿਰ ਇੱਕ ਮੇਰਾ ਰੂਪਾਂਤਰਣ ਛਪਿਆ ਇੱਛਾਧਾਰੀ। ਸੋ ਇਹ ਕੁਝ ਕਿਤਾਬਾਂ ਮੈਂ ਆਪਣੇ PAU ਤੋਂ ਰਿਟਾਇਰ ਹੋਣ ਤੋਂ ਬਾਅਦ ਜੀ ਸਰ ਇਹ ਪੁਸਤਕਾਂ ਲਿਖੀਆਂ ਜੀ। ਇੱਕ ਹੁਣ ਬਹੁਤ ਹੀ ਅਹਿਮ ਸਵਾਲ ਪੁੱਛਣ ਜਾ ਰਿਹਾ ਜੀ। ਸਾਡੇ ਵਿਦਿਆਰਥੀ ਜੋ ਤੁਹਾਡੀ ਇਸ ਇੰਟਰਵਿਊ ਨੂੰ ਸੁਣ ਰਹੇ ਨੇ ਤੇ ਕਵਿਤਾ ਲਿਖਣ ਦਾ ਸ਼ੌਂਕ ਵੀ ਰੱਖਦੇ ਨੇ, ਪਰ ਉਹਨਾਂ ਨੂੰ ਕਿੰਜ ਪਤਾ ਲੱਗੇ ਵੀ ਜੋ ਲਿਖ ਰਹੇ ਨੇ ਉਹ ਠੀਕ ਹੈ, ਉਹ ਬੋਲਣ ਦੇ ਜਾਂ ਛਪਣ ਦੇ ਲਾਇਕ ਹੋ ਗਿਆ? ਉਹਨਾਂ ਨੂੰ ਆਪਣੀਆਂ ਕਵਿਤਾ ਦੀਆਂ ਕਮੀਆਂ ਕਿੱਦਾਂ ਲੱਭਣ? ਅਮਨ, ਬੜਾ ਸੋਹਣਾ ਸਵਾਲ ਹੈ ਜੀ। ਤੋ ਪਹਿਲੀ ਗੱਲ ਤਾਂ ਇਹੋ ਆ ਕਿ ਜਿਹੜਾ ਵੀ ਅੱਛਾ ਕਵੀ ਆ, ਜਿਹੜਾ ਅੱਛਾ ਲੇਖਕ ਹੈ, ਉਹ ਸਭ ਤੋਂ ਪਹਿਲਾਂ ਇੱਕ ਅੱਛਾ ਪਾਠਕ ਬਣਦਾ ਜੀ। ਕਿ ਉਹ ਲਿਖਣ ਦੇ ਨਾਲ ਨਾਲ ਬਹੁਤ ਪੜ੍ਹਦਾ ਜੀ। ਜਦੋਂ ਮੈਂ ਕਵਿਤਾ ਲਿਖਣ ਆਪਾਂ ਸ਼ੁਰੂ ਕਰਦੇ ਹਾਂ ਤੇ ਆਪਣੇ ਸਾਹਮਣੇ ਕੋਈ ਮਾਡਲ ਹੁੰਦਾ ਜੀ, ਕਿ ਪਹਿਲਾਂ ਆਪਾਂ ਕਵਿਤਾ ਸੁਣਦੇ ਰਹਿੰਦੇ ਹਾਂ, ਪੜ੍ਹਦੇ ਰਹਿੰਦੇ ਹਾਂ, ਫਿਰ ਇੱਕ ਦਿਨ ਅਸੀਂ ਲਿਖਦੇ ਹਾਂ ਜੀ ਸਰ। ਤੋ ਲਿਖਦੇ ਅਸੀਂ ਉਦੋਂ ਹੈ ਕਿ ਉਹ ਸਾਡੇ ਮਨ 'ਚ ਇੱਕ, ਅਸੀਂ ਗ੍ਰਾਮਰ ਵੀ, ਪੰਜਾਬੀ ਦੀ ਵਿਆਕਰਨ ਸਾਡੇ ਅੰਦਰ ਹੁੰਦੀ ਆ,
ਪੰਜਾਬੀ ਦੇ ਸ਼ਬਦ ਹੁੰਦੇ ਆ ਜੋ ਅਸੀਂ ਗ੍ਰਹਿਣ ਕੀਤੇ ਹੋਏ ਹੁੰਦੇ ਆ। ਤੋ ਅਸੀਂ ਇੱਦਾਂ ਹੀ ਸਾਡੇ ਮਨ 'ਚ ਇੱਕ ਮਾਡਲ ਬਣਦਾ ਕਿ ਜਿਵੇਂ ਮੈਂ ਪੜ੍ਹਦਾ ਕਿ ਮੈਂ ਬਾਵਾ ਬਲਵੰਤ ਪੜ੍ਹਦਾ, ਮੈਂ ਕਹਿੰਦਾ ਕਿ ਮੈਂ ਇੱਦਾਂ ਦੀ ਕਵਿਤਾ ਲਿਖਣੀ। ਠੀਕ ਹੈ। ਸੋ ਅਸੀਂ ਉਹੋ ਜਿਹੀ ਕਵਿਤਾ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰਦੇ ਹਾਂ ਕਿ ਬੰਦੇ ਦੀ ਕਵੀ ਦੀ ਆਪਣੀ ਵੋਇਸ ਬਹੁਤ ਬਾਅਦ 'ਚ ਪੈਦਾ ਹੁੰਦੀ ਹੈ, ਪਹਿਲਾਂ ਉਹ ਦੂਸਰੀਆਂ ਆਵਾਜ਼ਾਂ 'ਚ ਲਿਖਣ ਦੀ ਕੋਸ਼ਿਸ਼ ਕਰਦਾ ਕਿ ਮੈਂ ਇੱਦਾਂ ਦੀ ਲਿਖਾਂ, ਮੈਂ ਸ਼ਿਵ ਵਰਗੀ ਲਿਖਾਂ ਜੀ, ਮੈਂ ਪਾਸ਼ ਵਰਗੀ ਲਿਖਾਂ। ਤੋ ਉਦੋਂ ਬੰਦਾ ਆਪਣੀ ਕਵਿਤਾ ਨੂੰ ਕੰਪੇਅਰ ਕਰਦਾ ਕਿ ਮੇਰੀ ਕਵਿਤਾ ਉੱਦਾਂ ਦੀ ਬਣ ਗਈ ਹੈ। ਸੋ ਇੱਕ ਤਾਂ ਉਹ ਆਪਣੇ ਤੌਰ 'ਤੇ ਜੱਜ ਕਰਨ ਦੀ ਕੋਸ਼ਿਸ਼ ਕਰਦਾ ਕਿ ਜਿਹੜੇ ਉਹਦੇ ਮਾਡਲ ਹੁੰਦੇ ਆ ਕਿ ਉਹਨਾਂ ਵਰਗਾ ਮੈਂ ਕੁਛ ਬਣ ਰਿਹਾ। ਤੋ ਫਿਰ ਉਹ ਕਿਸੇ ਨੂੰ ਪੜ੍ਹਾਉਂਦਾ, ਦੋਸਤਾਂ ਨੂੰ ਜਾਂ ਆਪਣੇ ਅਧਿਆਪਕ ਨੂੰ ਪੜ੍ਹਾਉਂਦਾ ਜੀ। ਸੋ ਉਹ ਉਹਨੂੰ ਜੋ ਖਿਆਲ ਦਿੰਦੇ ਆ ਉਹ ਉਹਨਾਂ ਤੋਂ ਵੀ ਆਪਣੀ ਕਵਿਤਾ ਦਾ ਉਹ ਮੁਲਾਂਕਣ ਕਰਦਾ। ਸੋ ਇਹਦਾ ਜੋ ਮੈਂ ਆਪਣੀ ਮਿਸਾਲ ਦਿਆਂ, ਤਾਂ ਮੈਂ ਜਦੋਂ ਲਿਖਣਾ ਸ਼ੁਰੂ ਕੀਤਾ ਤਾਂ ਮੈਂ ਕੁਛ ਮੇਰੇ ਦੋਸਤ ਮੈਨੂੰ ਪੜ੍ਹਦੇ ਸੀ ਕਿ ਕਾਲਜ ਮੈਗਜ਼ੀਨ 'ਚ ਮੈਂ ਛਪਦਾ ਹੁੰਦਾ ਸੀ। ਅੱਛਾ ਜੀ। ਤੇ ਇੱਕ ਮੇਰੇ ਦੋਸਤ ਸੀ, ਉਹਨੇ ਮੈਨੂੰ ਕਹਿਣਾ ਵੀ ਤੇਰੀ ਕਵਿਤਾ ਸਾਨੂੰ ਸਮਝ ਤਾਂ ਨਹੀਂ ਪੈਂਦੀ ਪਰ ਚੰਗੀ ਬਹੁਤ ਲੱਗਦੀ ਹੈ। ਕਿ ਇੱਕ ਤਰ੍ਹਾਂ ਸੀ ਕਿ ਉਹਨਾਂ ਨੂੰ ਸ਼ਬਦਾਂ ਦੀ ਜਿਹੜੀ ਸੀ ਬਣਤਰ ਦੀ ਚੰਗੀ ਲੱਗਦੀ ਸੀ। ਤੋ ਫਿਰ ਮੇਰੇ ਮਨ 'ਚ ਇੱਦਾਂ ਆਏ ਕਿ ਮੈਂ ਇਹ ਆਪਣੀਆਂ ਕਵਿਤਾਵਾਂ ਕਿਸੇ ਬਾਹਰ ਮੈਗਜ਼ੀਨ ਨੂੰ ਭੇਜਾਂ, ਕਿ ਮੇਰੇ ਮਨ 'ਚ ਛਪਣ ਦੀ ਇੱਛਾ ਪੈਦਾ ਹੋਈ। ਠੀਕ ਹੈ। ਸੋ ਮੈਂ ਆਪਣੀਆਂ ਕਵਿਤਾਵਾਂ ਪ੍ਰੀਤ ਲੜੀ ਨੂੰ ਭੇਜੀਆਂ, 2 ਕਵਿਤਾਵਾਂ, ਪਰ ਉਹ ਵਾਪਸ ਆ ਗਈਆਂ। ਨਵਤੇਜ ਹੋਣਾ ਲਿਖਿਆ ਕਿ ਅਸੀਂ ਇਹਨੂੰ ਛਾਪਣ ਦੀ ਖੁਸ਼ੀ ਨਹੀਂ ਲੈ ਸਕਾਂਗੇ। ਤਾਂ ਉਹ ਮੇਰੇ ਬੜਾ ਉਦਾਸ ਦਿਨ ਸੀ ਕਿ ਮੇਰੀਆਂ ਕਵਿਤਾਵਾਂ ਵਾਪਸ ਆ ਗਈਆਂ। ਪਰ ਮੈਂ ਫਿਰ 5-6 ਮਹੀਨਿਆਂ ਬਾਅਦ ਫਿਰ ਆਪਣੀ ਇੱਕ ਕਵਿਤਾ ਭੇਜੀ ਜੀ। ਅੱਛਾ, ਉਹ ਕਵਿਤਾ ਵੀ ਵਾਪਸ ਆਈ। ਸੋ ਮੈਂ ਇਹ ਸੋਚਿਆ ਕਿ ਆਪਣੇ ਆਪ ਨੂੰ ਕਿ ਮੇਰੇ 'ਚ ਅਜੇ ਕੁਝ ਕਮੀ ਆ, ਮੈਂ ਹੋਰ ਪੜ੍ਹਾਂ ਅਤੇ ਹੋਰ ਗਹਿਰਾਈ ਨਾਲ ਲਿਖਾਂ। ਤਾਂ ਮੈਂ 4-5 ਮਹੀਨੇ ਬਾਅਦ ਫਿਰ ਆਪਣੀਆਂ 2 ਕਵਿਤਾਵਾਂ ਭੇਜੀਆਂ। ਫਿਰ ਉਹ ਮੇਰੇ ਲਈ ਨਵਤੇਜ ਹੋਣਾ ਦੀ ਚਿੱਠੀ ਆਈ ਕਿ ਤੇਰੀਆਂ ਕਵਿਤਾਵਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ, ਤੂੰ ਮੈਨੂੰ ਆਪਣੀਆਂ 3-4 ਕਵਿਤਾਵਾਂ ਹੋਰ ਭੇਜ, ਮੈਂ ਇੱਕ ਪੂਰਾ ਸਫ਼ਾ ਤੇਰੀਆਂ ਕਵਿਤਾਵਾਂ ਦਾ ਛਾਪਾਂ ਜੀ। ਸੋ ਉਹ ਮੇਰੇ ਬਹੁਤ ਖੁਸ਼ੀ ਦਾ ਦਿਨ ਸੀ। ਪਰ ਉਹ ਖੁਸ਼ੀ ਦਾ ਦਿਨ ਆਇਆ 2-3 ਉਦਾਸ ਦਿਨ ਲੰਘਣ ਤੋਂ ਬਾਅਦ ਜੀ, ਕਿ ਉਹਨਾਂ ਦਿਨਾਂ ਦੀ ਉਦਾਸੀ ਵੀ ਮਹਿਸੂਸ ਕਰ ਸਕਦੇ ਕਿ ਜਦੋਂ ਤੁਹਾਡੀ ਕੋਈ ਕਵਿਤਾ ਮੁੜਿਆ ਆਉਂਦੀ ਹੈ ਨਾ। ਤੋ ਸ਼ਾਇਦ ਕਈ ਵਾਰ ਅਸੀਂ ਸੰਪਾਦਕ ਨੂੰ ਕੋਸ ਕੇ ਜਾਂ ਇਹ ਸਿਫਾਰਿਸ਼ ਨਾਲ ਛਾਪਦੇ ਆ ਜੀ, ਹੈ ਨਾ, ਇੱਦਾਂ ਸੋਚ ਕੇ ਵੀ ਅਸੀਂ ਆਪਣੇ ਆਪ ਨੂੰ ਤਸੱਲੀ ਦਿੰਦੇ ਹਾਂ। ਪਰ ਮੈਂ ਸੋਚਿਆ ਕਿ ਨਹੀਂ, ਅਜੇ ਮੇਰੀ ਇਸ ਕਾਬਲ ਨਹੀਂ ਸੀ। ਪਰ ਹੁਣ ਉਹ ਸਫ਼ਾ ਮੈਂ ਅਜੇ ਤੱਕ ਆਪਣੇ ਕੋਲ ਸੰਭਾਲ ਕੇ ਰੱਖਿਆ। 1964 ਦਾ ਉਹ ਸਫ਼ਾ ਹੈ, ਇੰਨੇ ਸਾਲ ਪੁਰਾਣਾ ਜੀ ਜੀ, ਜਿੱਥੇ ਮੇਰੀਆਂ ਨਵਤੇਜ ਹੋਣਾ ਨੇ 6 ਕਵਿਤਾਵਾਂ ਇੱਕੋ ਸਫ਼ੇ 'ਤੇ, ਕੁਝ ਛੋਟੀਆਂ ਵੱਡੀਆਂ ਗੀਤ ਉਹ ਛਾਪੀਆਂ। ਤਾਂ ਮੈਂ ਸਮਝਦਾ ਕਿ ਉਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਮੈਂ ਠੀਕ ਲਿਖ ਰਿਹਾ। ਮੈਨੂੰ ਆਪਣੇ ਆਪ 'ਤੇ ਇੱਕ ਯਕੀਨ। ਸੋ ਇਹ ਹੁੰਦਾ ਕਿ ਤੁਹਾਨੂੰ ਵਿਸ਼ਵਾਸ ਕੁਝ ਤਾਂ ਆਪਣੇ ਤੌਰ 'ਤੇ ਤੁਹਾਨੂੰ ਅਹਿਸਾਸ ਹੋ ਜਾਂਦਾ, ਕੁਝ ਤੁਹਾਨੂੰ ਤੁਹਾਡੇ ਅਧਿਆਪਕ, ਕੁਝ ਤੁਹਾਨੂੰ ਮੈਗਜ਼ੀਨਾਂ ਦੇ ਸੰਪਾਦਕ ਜੀ ਕਿ ਇਸ ਚੀਜ਼ ਨੂੰ ਦੱਸਦੇ ਆ ਜੀ। ਪਾਤਰ ਸਾਹਿਬ, ਇੱਕ ਕਵੀ ਦੀ ਕਵਿਤਾ ਪ੍ਰਭਾਵਸ਼ਾਲੀ ਹੋਣ ਦੇ ਵਿੱਚ ਬਹੁਤ ਸਾਰੀਆਂ ਗੱਲਾਂ, ਤੱਤ ਇੰਪੋਰਟੈਂਟ ਹੁੰਦੇ ਨੇ। ਇਹਨਾਂ ਸਾਰੇ ਤੱਤਾਂ ਦੇ ਨਾਲ ਇੱਕ ਸ਼ਬਦ, ਵੋਕੈਬਲਰੀ, ਉਹ ਬਹੁਤ ਵੱਡਾ ਰੋਲ ਪਲੇ ਕਰਦੀ ਆ। ਤੇ ਤੁਹਾਨੂੰ ਕੀ ਲੱਗਦਾ ਕਿ ਇਹ ਸ਼ਬਦਾਂ ਦਾ ਭੰਡਾਰ ਕੋਈ ਕਵੀ ਕਿੱਦਾਂ ਗ੍ਰਹਿਣ ਕਰ ਸਕਦਾ, ਜਾਂ ਵਿਦਿਆਰਥੀ ਜਿਹੜਾ ਲਿਖਣਾ ਚਾਹੁੰਦਾ, ਤੇ ਇਹਨਾਂ ਦੇ ਪਕੜ ਕਿੱਦਾਂ ਮਜ਼ਬੂਤ ਕੀਤੀ ਜਾਵੇ? ਦੇਖੋ, ਇਹ ਸਹੀ ਗੱਲ ਆ ਕਿ ਆਪਾਂ ਕਹਿੰਦੇ ਕਿ ਜਿੱਦਾਂ ਮਕਾਨ ਇੱਟਾਂ ਦਾ ਬਣਦਾ, ਕਵਿਤਾ ਸ਼ਬਦਾਂ ਦੀ ਬਣਦੀ, ਕਿ ਸ਼ਬਦ ਅਸੀਂ ਚਿੰਨਦੇ ਹਾਂ। ਪਰ ਜੇ ਸੋਚੀਏ ਕਿ ਸ਼ਬਦਕੋਸ਼ ਵੀ ਸ਼ਬਦਾਂ ਨਾਲ ਭਰਿਆ ਪਿਆ ਜੀ, ਕਿ ਤੁਸੀਂ ਕਹੋ ਕਿ ਮੈਂ ਸ਼ਬਦ ਸਾਰੇ ਸਿੱਖ ਲਵਾਂ ਤੇ ਹੁਣ ਮੈਂ ਕਵਿਤਾ ਲਿਖ ਸਕਦਾ, ਤਾਂ ਉਹ ਸਹੀ ਨਹੀਂ ਹੋਊਗਾ। ਇਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਕਵੀ ਲਈ ਕਵੀ ਹੋਣ ਤੋਂ ਪਹਿਲਾਂ ਬਹੁਤ ਵੱਡਾ ਪਾਠਕ ਹੋਣਾ ਬਹੁਤ ਜ਼ਰੂਰੀ ਹੈ ਜੀ, ਕਿ ਉਹਦੇ ਅੰਦਰ ਪੂਰੀ ਜਿਹੜੀ ਉਹਦੀ ਪਰੰਪਰਾ ਦਾ ਇੱਕ ਵਹਿਣ, ਕਿ ਮੈਂ ਸਮਝਦਾ ਕਿ ਜਿੱਦਾਂ ਇੱਕ ਕਵੀ ਨੂੰ ਗੁਰਬਾਣੀ, ਸੂਫੀ ਪੋਇਟਰੀ, ਕਿੱਸਾ ਪੋਇਟਰੀ ਔਰ ਆਪਣੇ ਤੋਂ ਪਹਿਲਾਂ ਦੇ ਮੇਜਰ ਜਿਹੜੇ ਸਾਰੇ ਪ੍ਰਮੁੱਖ ਕਵੀ ਆ, ਉਹ ਉਹਦੇ ਵਜੂਦ 'ਚ ਸਮਾਏ ਹੋਣੇ ਚਾਹੀਦੇ ਜੀ, ਜੇ ਉਹਨੇ ਕਵੀ ਸਹੀ ਮਾਇਨੇ 'ਚ ਬਣਨਾ, ਹੈ ਨਾ ਜੀ। ਦੂਜੀ ਗੱਲ, ਤੁਹਾਨੂੰ ਸ਼ਬਦ ਬੇਸ਼ੱਕ ਬਹੁਤ ਆਉਂਦੇ ਹੋਣ, ਲੇਕਿਨ ਜੇ ਤੁਹਾਡੇ ਅੰਦਰ ਉਹ ਭਾਵ ਨਹੀਂ ਹੈਗੇ ਜੀ, ਹੈ ਨਾ, ਤੇ ਉਹ ਇਕੱਲੇ ਸ਼ਬਦ ਕਵਿਤਾ ਨਹੀਂ ਬਣ ਸਕਦੇ ਜੀ।
ਜਿੱਦਾਂ ਮਰਜ਼ੀ ਤੁਸੀਂ ਉਹਨੂੰ ਤੁਕਾਂਤ ਬੰਨੀ ਜਾਓ, ਜੋੜੀ ਜਾਓ, ਹੈ ਨਾ। ਸੋ ਸ਼ਬਦਾਂ ਦੇ ਨਾਲ ਜ਼ਰੂਰੀ ਹੈ ਕਿ ਤੁਹਾਡੇ ਮਨ 'ਚ ਉਹ ਭਾਵ, ਉਹ ਵਿਚਾਰ ਹੋਣ, ਹੈ ਨਾ, ਜਿਹੜੇ ਉਹ ਸ਼ਬਦਾਂ ਦੇ ਵਿੱਚ ਪ੍ਰਗਟ ਹੁੰਦੇ ਆ, ਸ਼ਬਦ ਨੂੰ ਪ੍ਰਗਟ ਕਰਦੇ ਆ। ਪਾਤਰ ਸਾਹਿਬ, ਇੱਕ ਸਵਾਲ ਇਹੋ ਜਿਹਾ ਹੈ ਜਿਹਦਾ ਸ਼ਾਇਦ ਜਵਾਬ ਸੌਖਾ ਜਿਹਾ ਨਹੀਂ ਲੱਗਦਾ ਮੈਨੂੰ, ਜਾਂ ਕਹਿ ਲਓ ਕਿ ਮੈਨੂੰ ਐਂ ਲੱਗਦਾ ਕਿ ਮੇਰੇ ਮਨ ਦਾ ਵਹਿਮ ਆ ਜਾਂ ਇਹ ਸੱਚਾਈ ਆ, ਖੁਦ ਮੈਨੂੰ ਵੀ ਕਲੀਅਰ ਨਹੀਂ। ਇੱਦਾਂ ਕਿਉਂ ਹੁੰਦਾ ਕਿ ਕਵੀ ਪਿੰਡਾਂ 'ਚ ਜ਼ਿਆਦਾ ਪੈਦਾ ਹੁੰਦੇ ਨੇ, ਪਿੰਡ ਦੇ ਜੀਵਨ ਨਾਲ ਜੁੜੇ ਹੋਏ, ਜੋ ਕਲਚਰ ਦੇ ਨਾਲ ਜ਼ਿਆਦਾ ਜੁੜੇ ਹੋਏ, ਉਹਨਾਂ ਦੇ ਵਿੱਚ ਜਿਹੜੇ ਉਹ ਕਵਿਤਾਵਾਂ ਲਿਖਦੇ ਨੇ, ਉਹ ਬਿੰਬ ਯੂਜ਼ ਕਰਦੇ ਨੇ ਜਾਂ ਉਹ ਜਿਹੜੀਆਂ ਗੱਲਾਂ ਕਰਦੇ ਨੇ, ਉਹ ਸਾਨੂੰ ਸਾਰਿਆਂ ਨੂੰ ਐਨ ਅੰਦਰ ਤੱਕ ਲੈ ਜਾਂਦੀਆਂ, ਖੁੱਭ ਜਾਂਦੀਆਂ ਸਾਡੇ। ਤੇ ਮੈਨੂੰ ਐਂ ਲੱਗਦਾ ਕਿ ਸ਼ਾਇਦ ਜ਼ਿਆਦਾ ਮਿੱਟੀ ਨਾਲ ਉਹ ਜੁੜੇ ਹੋਏ ਨੇ। ਜੇ ਆਪਾਂ ਕੰਪੇਅਰ ਕਰੀਏ ਸ਼ਹਿਰ ਦੇ ਵਿੱਚ ਜੰਮਿਆ ਪਲਿਆ ਬੱਚਾ, ਪਤਾ ਨਹੀਂ, ਮੈਨੂੰ ਲੱਗਦਾ ਕਿ ਸ਼ਾਇਦ ਉਹ ਨਹੀਂ ਲਿਖ ਪਾਊਗਾ, ਜਾਂ ਜੇ ਉਹ ਪੜ੍ਹੂਗਾ ਕਿਤਾਬਾਂ ਕਲਚਰ ਦੀਆਂ ਤਾਂ ਉਹ ਓਪਰਾ ਜਿਹਾ ਗਿਆਨ ਹੋਊਗਾ, ਜੇ ਲਿਖੂਗਾ ਵੀ ਤਾਂ ਉਹਨਾਂ ਟੱਚ ਨਹੀਂ ਕਰ ਪਾਊਗਾ। ਇਹ ਮੇਰਾ ਵਹਿਮ ਆ ਜਾਂ ਇਹ ਗੱਲ ਸੱਚ ਲੱਗਦੀ ਤੁਹਾਨੂੰ? ਇਹਦੇ 'ਚ ਦੋ ਗੱਲਾਂ ਨੇ ਜੀ। ਇੱਕ ਤੇ ਹੈ ਕਿ ਉਵੇਂ ਪਿੰਡ ਜ਼ਿਆਦਾ ਨੇ ਜੀ, ਮਤਲਬ ਸ਼ਹਿਰ ਦੇ ਮੁਕਾਬਲੇ ਤੇ ਪਿੰਡਾਂ ਦੀ ਗਿਣਤੀ ਵੀ ਜ਼ਿਆਦਾ, ਇਸ ਲਈ ਸਮਝ ਲਓ ਕਿ ਵੱਧ ਗਿਣਤੀ ਦੇ ਲੇਖਕ ਪੈਦਾ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ। ਜੀ। ਦੂਜੀ ਗੱਲ ਹੈ ਕਿ ਪਿੰਡ, ਜਿਸ ਤੱਕ ਪੰਜਾਬੀ ਦਾ ਸੰਬੰਧ ਹੈ, ਕਿ ਜੇ ਸਮਝ ਲਓ ਕਿ ਤੁਸੀਂ ਸਭ ਤੋਂ ਸੋਹਣੀ ਪੰਜਾਬੀ ਸਿੱਖਣੀ ਆ ਜੀ ਤਾਂ ਤੁਹਾਨੂੰ ਪਿੰਡਾਂ ਵਿੱਚ ਹੀ ਜੀ ਮਿਲੂਗੀ, ਜੀ। ਕਿ ਉਹ ਸ਼ਬਦ ਜਿਹੜੇ ਖੇਤੀ ਨਾਲ ਜੁੜੇ ਆ, ਹੋਰ ਕਿੱਤਿਆਂ ਨਾਲ ਜੁੜੇ ਆ ਜੀ। ਕਿ ਦੂਜੀ ਆ ਕਿ ਤੁਸੀਂ ਕੁਦਰਤ ਦੇ ਵੀ ਜ਼ਿਆਦਾ ਨਜ਼ਦੀਕ ਪਿੰਡ 'ਚ ਹੁੰਦੇ ਹੋ। ਕਿ ਹੁਣ ਜੇ ਮੈਂ ਕਹਿੰਦਾ ਕਿ ਮੈਂ ਖੂਹ ਵਗਦਾ ਦੇਖਿਆ ਪਿੰਡ 'ਚ, ਤੇ ਮੈਂ ਬਹੁਤ ਸਾਲਾਂ ਬਾਅਦ ਖੂਹ ਬਾਰੇ ਬੜੀ ਲੰਬੀ ਕਵਿਤਾ ਲਿਖੀ ਪਈ। ਖੂਹ ਗਿੜਦਾ ਹੈ ਦਿਨ ਰਾਤ ਮੀਆਂ, ਟਿੰਡਾਂ ਅੰਧਕਾਰ 'ਚੋਂ ਉਭਰਦੀਆਂ ਟਿੰਡਾਂ 'ਚ ਕਿਰੇ। ਯਾਨੀ ਮੈਂ ਖੂਹ ਨੂੰ ਇੱਕ ਤਰ੍ਹਾਂ ਸਾਰੀ ਕਾਇਨਾਤ ਨਾਲ ਜੋੜਦਾ, ਕਿ ਜਿਸ ਤਰ੍ਹਾਂ ਰਾਤ ਦਿਨ ਚੱਲ ਰਿਹਾ, ਖੂਹ ਵੀ ਇੱਦਾਂ ਚੱਲ ਰਿਹਾ। ਸੋ ਇਹ ਕਿ ਇਹ ਵਾਕਈ ਠੀਕ ਹੈ ਗੱਲ, ਕਿ ਜਿਸ ਤਰ੍ਹਾਂ ਕਿ ਜਿਹੜੇ ਬੰਦੇ ਕੁਦਰਤ ਦੇ ਜਾਂ ਬੰਦੇ ਇੱਕ ਦੂਜੇ ਦੇ ਵੱਧ ਨੇੜੇ ਹੋਣਗੇ, ਉੱਥੇ ਵੀ ਜ਼ਿਆਦਾ ਸੰਭਾਵਨਾ ਕਿ ਸਾਡੇ 'ਚ ਭਾਵ ਪੈਦਾ ਹੋਣਗੇ। ਤੋ ਬਾਕੀ ਜੋ ਆਪਾਂ ਜਿਵੇਂ ਦੇਖਦੇ ਹਾਂ ਕਿ ਸ਼ਿਵ ਕੁਮਾਰ ਬਟਾਲਵੀ, ਬਲਵੰਤ ਗਾਰਗੀ, ਜਿੰਨੇ ਅਸੀਂ ਕਵੀ ਸੋਚਦੇ ਹਾਂ, ਰਾਮ ਸਰੂਪ ਅਣਖੀ, ਜਾਂ ਸਾਡੇ ਆਪਣੇ ਪ੍ਰੋਫੈਸਰ ਮੋਹਨ ਸਿੰਘ, ਹੈ ਨਾ, ਮੀਸ਼ਾ, ਡਾਕਟਰ ਹਰਭਜਨ ਸਿੰਘ, ਕਿ ਇਹ ਸਾਰੇ ਪਿੰਡਾਂ ਦੇ ਜੰਮੇ ਪਲੇ ਸੀ। ਤੋ ਉਹ ਇੱਕ ਤਾਂ ਉਹਨਾਂ ਦੀ ਹੈ ਕਿ ਜਿਵੇਂ ਕਿ ਪੰਜਾਬੀ ਦਾ ਖਜ਼ਾਨਾ, ਵੱਡਾ ਖਜ਼ਾਨਾ ਪਿੰਡ ਹੀ ਆ। ਦੂਜੀ ਗੱਲ ਹੈ ਕਿ ਸ਼ਹਿਰ 'ਚ ਵੀ ਕਵਿਤਾ ਪੈਦਾ ਹੋ ਗਈ। ਹੁਣ ਜਿਵੇਂ ਅਮਰੀਕਾ 'ਚ ਪੋਇਟ ਨਵੇਂ ਹੋਣਗੇ, ਉਹ ਸ਼ਹਿਰਾਂ 'ਚੋਂ ਪੈਦਾ ਹੋਣਗੇ, ਉਹਨਾਂ ਦੀ ਵੋਕੈਬਲਰੀ ਹੋਰ, ਉਹਨਾਂ ਦੀ ਸ਼ਬਦਾਵਲੀ ਹੋਰ ਹੋਊਗੀ। ਕਿ ਕਵਿਤਾ ਤਾਂ ਹਰ ਜਗ੍ਹਾ ਹੋਊਗੀ, ਕਿ ਕਵਿਤਾ ਇਹ ਨਹੀਂ ਕਿ ਕਵਿਤਾ ਜਦੋਂ ਸ਼ਹਿਰਾਂ 'ਚੋਂ ਮਰ ਜਾਏਗੀ। ਪਰ ਇਹ ਜ਼ਰੂਰ ਹੈ ਕਿ ਸ਼ਾਇਦ ਇੱਕ ਜਿਹੜੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਜ਼ਿੰਦਗੀ ਦੀ ਨੇੜਤਾ, ਜਾਂ ਕੁਦਰਤ ਦੀ ਨੇੜਤਾ, ਜਾਂ ਭਾਸ਼ਾ ਦੀ ਨੇੜਤਾ, ਜਾਂ ਇੱਕ ਨਿੱਘ ਆਪਣੱਤ, ਉਹ ਗੱਲਾਂ ਅਸੀਂ ਹੌਲੀ ਹੌਲੀ ਗਵਾ ਰਹੇ ਹਾਂ। ਪਾਤਰ ਸਾਹਿਬ, ਕਵਿਤਾ ਰੁਜ਼ਗਾਰ ਦਾ ਸਾਧਨ, ਕੀ ਲੱਗਦਾ ਕਿ ਇਕੱਲੀ ਕਵਿਤਾ ਦੇ ਨਾਲ ਘਰ ਚਲਾਇਆ ਜਾ ਸਕਦਾ? ਇਹ ਇਸ ਕਰਕੇ ਸਵਾਲ ਅਹਿਮ ਹੈ ਕਿ ਕਈ ਵਿਦਿਆਰਥੀ ਜਿਹੜੇ ਯੰਗ ਉਮਰ ਦੇ ਵਿੱਚ ਹੁੰਦੇ ਨੇ, ਉਹਨਾਂ ਨੂੰ ਲੱਗਦਾ ਕਿ ਅਸੀਂ ਗੀਤ ਲਿਖ ਰਹੇ ਹਾਂ, ਅਸੀਂ ਕਵਿਤਾ ਲਿਖ ਰਹੇ ਹਾਂ, ਤੇ ਬਸ ਹੁਣ ਸਾਡਾ ਸਾਰੀ ਉਮਰ ਅਸੀਂ ਇੱਦਾਂ ਹੀ ਲਿਖ ਕੇ ਹੀ ਆਪਣਾ ਗੁਜ਼ਾਰਾ ਕਰਨਾ, ਤੇ ਅੱਗੇ ਜਾ ਕੇ ਮੈਂ ਪੋਇਟ ਬਣਨਾ। ਤੇ ਉਹਨਾਂ ਨੂੰ ਛੋਟੀ ਉਮਰ ਦੇ ਵਿੱਚ ਨਹੀਂ ਅਹਿਸਾਸ ਹੁੰਦਾ ਕਿ ਨਾਲ ਦੀ ਨਾਲ ਪੜ੍ਹਾਈ ਤੇ ਇੱਕ ਕਿੱਤਾ ਚੁਣਨਾ ਜ਼ਰੂਰੀ ਆ। ਤੁਹਾਨੂੰ ਕੀ ਲੱਗਦਾ ਇਹਦੇ ਬਾਰੇ? ਮੇਰੇ ਖਿਆਲ 'ਚ ਕਵਿਤਾ ਨੂੰ ਰੁਜ਼ਗਾਰ ਦਾ ਸਾਧਨ ਬਣਾਉਣਾ ਵੀ ਨਹੀਂ ਚਾਹੀਦਾ, ਤੇ ਇਹੋ ਸਾਡੇ ਵਰਗੇ ਮੁਲਕ 'ਚ ਬਣਦੀ ਵੀ ਨਹੀਂ ਜੀ। ਕਿ ਜੇ ਕਿਸੇ ਨੇ ਕੀਤਾ ਵੀ ਹੈ ਤਾਂ ਉਹਨੂੰ ਬਹੁਤ ਸਾਰਾ ਅਨੁਵਾਦ ਦਾ ਕੰਮ ਕਰਨਾ ਪਿਆ। ਆਪਾਂ ਕਹਿੰਦੇ ਮਿਸਾਲ ਤੌਰ 'ਤੇ ਅੰਮ੍ਰਿਤਾ ਪ੍ਰੀਤਮ ਜੀ, ਉਹਨਾਂ ਨੇ ਬਹੁਤ ਘੱਟ ਦੇਰ ਲਈ ਜਿਸ ਤਰ੍ਹਾਂ ਰੇਡੀਓ 'ਤੇ ਨੌਕਰੀ ਕੀਤੀ ਜੀ, ਪਰ ਇਹ ਸੀ ਕਿ ਉਹਨਾਂ ਨੂੰ ਵੀ ਨਾਲ ਬਹੁਤ ਸਾਰਾ ਅਨੁਵਾਦ ਕਰਨਾ ਪਿਆ ਜੀ। ਔਰ ਚਲੋ ਜਿਸ ਤਰ੍ਹਾਂ ਇਮਰੋਜ਼ ਹੋਣਾ ਦੀ ਚਿੱਤਰਕਾਰੀ ਸੀ, ਉਹ ਵੀ ਉਹਨਾਂ ਦੇ ਸੋਮਿਆਂ ਵਿੱਚ ਸ਼ਾਮਲ ਸੀ ਜੀ। ਇਸ ਤਰ੍ਹਾਂ ਦਵਿੰਦਰ ਸਤਿਆਰਥੀ ਹੋਣਾ ਨੇ ਹੋਰ ਕੋਈ ਕੰਮ ਕੁਛ ਕੀਤਾ, ਫਿਰ ਉਹਨਾਂ ਨੇ ਨਹੀਂ ਕੀਤਾ ਜੀ, ਪਰ ਉਹਨਾਂ ਨੂੰ ਵੀ ਆਪਣੇ ਜਾਨੀ ਇੱਕ ਇਹੋ ਜਿਹਾ ਘਰ ਬਣਾਉਣਾ ਪਿਆ ਜਿੱਥੇ ਉਹਦਾ ਇੱਕ ਪੋਰਸ਼ਨ ਕਿਰਾਏ ਤੇ ਚੜ੍ਹਿਆ ਰਵੇ ਤੇ ਉਹ ਗੁਜ਼ਾਰਾ ਹੁੰਦਾ ਰਵੇ।
ਸੋ ਇਸ ਤਰ੍ਹਾਂ ਸੁਖਬੀਰ ਸੀ, ਸੁਖਬੀਰ ਹੋਣਾ ਬਹੁਤ ਸਾਰੇ ਅਨੁਵਾਦ ਕੀਤੇ, ਜਾਂ ਉਹਨਾਂ ਦੀ ਜੀਵਨ ਸਾਥਣ ਨੌਕਰੀ ਕਰਦੇ ਸੀ। ਜੀ ਜੀ। ਸੋ ਇਹੋ ਜਿਹੀਆਂ ਮਿਸਾਲਾਂ ਬਹੁਤ ਆਪਣੇ ਦੇਸ਼ 'ਚ ਘੱਟ ਨੇ। ਖੈਰ ਸਾਰਿਆਂ ਦੇਸ਼ਾਂ 'ਚ ਜਿਹੜੇ ਆਪਾਂ ਕਹਿੰਦੇ ਥਰਡ ਵਰਲਡ ਜਿਹਨੂੰ ਆਪਾਂ ਕਹਿੰਦੇ ਹਾਂ, ਜੀ ਸਰ, ਵੀ ਚਲੋ ਕੋਈ ਸ਼ਾਇਦ ਬਹੁਤ ਡਿਵੈਲਪ ਜਿਹੜੇ ਦੇਸ਼ ਆ, ਉੱਥੇ ਵੀ ਮੈਨੂੰ ਲੱਗਦਾ ਕਿ ਸ਼ਾਇਦ ਕਵੀ ਕੋਈ ਇੱਦਾਂ ਨਾ ਰਹਿੰਦਾ ਹੋਵੇ, ਨੋਵਲਿਸਟ ਰਹਿੰਦੇ ਹੋਣ ਜੀ। ਸੋ ਰੁਜ਼ਗਾਰ ਦਾ ਸਾਧਨ ਮੇਰੇ ਖਿਆਲ 'ਚ ਕਵਿਤਾ ਨਹੀਂ ਬਣਦੀ ਕਿ ਹਰੇਕ ਬੰਦੇ ਨੂੰ, ਪ੍ਰੋਫੈਸਰ ਮੋਹਨ ਸਿੰਘ ਹੁਣਾਂ ਨੂੰ ਵੀ ਨੌਕਰੀਆਂ ਕਰਨੀਆਂ ਪਈਆਂ, ਉਸ ਵੱਡੇ ਪੋਇਟ ਨੂੰ। ਸ਼ਿਵ ਕੁਮਾਰ ਨੂੰ ਵੀ ਇੱਕ ਨੌਕਰੀ ਝੂਠੀ ਸੱਚੀ ਕਰਨੀ ਪਈ, ਜਿਹੜੀ ਬੈਂਕ ਦੀ ਨੌਕਰੀ ਕਰਨੀ ਪਈ ਜੀ। ਕਿੰਨਾ ਉਹ ਹਰਮਨ ਪਿਆਰਾ ਜੀ ਕਵੀ ਸੀ ਜੀ। ਪਾਤਰ ਸਾਹਿਬ, ਤੁਸੀਂ ਸਾਡੇ ਵਿਦਿਆਰਥੀਆਂ ਦੇ ਲਈ ਸੁਨੇਹਾ ਜ਼ਰੂਰ ਦਿਓ ਕਿ ਜ਼ਿੰਦਗੀ ਦੇ ਵਿੱਚ ਉਹ ਅੱਗੇ ਕਿੱਦਾਂ ਵਧਣ, ਕਿੱਦਾਂ ਕਾਮਯਾਬ ਹੋਣ, ਕਿਸ ਤਰੀਕੇ ਨਾਲ ਪੜ੍ਹਾਈ ਕਰਨ। ਜੋ ਤੁਹਾਡੇ ਦਿਲ ਦੀ ਗੱਲ ਹੈ ਉਹ ਸਾਡੇ ਵਿਦਿਆਰਥੀਆਂ ਨਾਲ ਸਾਂਝੀ ਕਰੋ। ਵਿਦਿਆਰਥੀਆਂ ਨੂੰ ਮੈਂ ਪਹਿਲੀ ਗੱਲ ਜਿਵੇਂ ਕਿਸੇ ਨੇ ਕਿਹਾ ਸੀ ਕਿ ਬੱਚਿਆਂ ਨੂੰ ਆਪਣੇ ਵਿਚਾਰ ਭਾਵਾਂ ਉਹਨੇ ਨਾ ਦਿਓ, ਪਿਆਰ ਜ਼ਰੂਰ ਦਿਓ ਜੀ। ਸੋ ਮੈਂ ਬਹੁਤ ਪਹਿਲੀ ਗੱਲ ਤਾਂ ਮੈਂ ਬਹੁਤ ਪਿਆਰ ਔਰ ਆਸ਼ੀਰਵਾਦ ਆਪਣੇ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਦਿੰਦਾ। ਮੈਂ ਵਿਦਿਆਰਥੀਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ, ਉਹ ਇਹ ਆ ਕਿ ਜਿਸ ਤਰ੍ਹਾਂ ਕਿਸੇ ਨੇ ਕਿਹਾ ਕਿ ਕਿਸੇ ਬੰਦੇ ਦੀ ਪਛਾਣ ਕਿੱਦਾਂ ਹੁੰਦੀ ਹੈ, ਕਿ ਉਹਦੀ ਪਛਾਣ ਇਸ ਤਰ੍ਹਾਂ ਹੁੰਦੀ ਕਿ ਆਪਣਾ ਸਮਾਂ ਕਿਸ ਤਰ੍ਹਾਂ ਗੁਜ਼ਾਰਦਾ। ਤੋ ਸਭ ਤੋਂ ਪਹਿਲੀ ਗੱਲ ਤਾਂ ਉਹ ਇੱਕ ਸਮੇਂ ਦੀ ਕਦਰ ਹੈ ਕਿ ਤੁਸੀਂ ਆਪਣਾ ਸਮਾਂ ਉਹਨਾਂ ਲੋਕਾਂ ਨਾਲ, ਉਹਨਾਂ ਦੋਸਤਾਂ ਨਾਲ ਗੁਜ਼ਾਰੋ ਜਿਹੜੇ ਤੁਹਾਨੂੰ ਕਿਸੇ ਉਚਾਈ ਵੱਲ ਲੈ ਕੇ ਜਾਂਦੇ ਜਾਂ ਅੱਛਾਈ ਵੱਲ ਲੈ ਕੇ ਜਾਂਦੇ, ਔਰ ਜਾਂ ਆਪਣਾ ਸਮਾਂ ਸੋਹਣੀਆਂ ਕਿਤਾਬਾਂ ਦੇ ਵਿੱਚ ਗੁਜ਼ਾਰੋ। ਕਿਤਾਬਾਂ ਬਾਰੇ ਕਿਹਾ ਜਾਂਦਾ ਕਿ ਕਿਤਾਬਾਂ ਪੜ੍ਹਨ ਵਾਲਾ ਸ਼ਖਸ ਇੱਕ ਜਨਮ ਵਿੱਚ ਕਈ ਜਨਮ ਜੀ ਲੈਂਦਾ। ਇੱਕ ਮੇਰਾ ਤੁਹਾਨੂੰ ਇਹ ਸੰਦੇਸ਼ ਹੈ ਕਿ ਸੋਹਣੀਆਂ ਕਿਤਾਬਾਂ ਜ਼ਰੂਰ ਪੜ੍ਹੋ, ਕਿਉਂਕਿ ਕਿਤਾਬਾਂ ਪੜ੍ਹਨ ਦਾ ਮਤਲਬ ਇਹ ਆ ਕਿ ਕਿੰਨੇ ਲੋਕਾਂ ਦਾ ਤਜਰਬਾ, ਕਿੰਨੇ ਲੋਕਾਂ ਦਾ ਅਨੁਭਵ ਸਾਨੂੰ ਬਹੁਤ ਸਹਿਜ ਸੁਭਾਅ ਤਰੀਕੇ ਨਾਲ ਮਿਲ ਜਾਂਦਾ। ਦੂਸਰਾ ਇਹ ਹੈ ਕਿ ਆਪਣੀ ਜ਼ਿੰਦਗੀ 'ਚ ਕੋਈ ਆਦਰਸ਼ ਜ਼ਰੂਰ ਬਣਾਓ ਕਿ ਮੈਂ ਇਸ ਮੁਕਾਮ 'ਤੇ ਪਹੁੰਚਣਾ, ਮੈਂ ਇਹ ਕਰਨਾ, ਔਰ ਉਹ ਕਰਨ ਲਈ ਇੱਕ ਜਨੂਨੀ ਵਾਂਗ, ਇੱਕ ਉਤਸ਼ਾਹ ਭਰੇ ਬੰਦੇ ਵਾਂਗ ਆਪਣਾ ਹਰ ਪਲ ਸਮਰਪਿਤ ਕਰ ਦਿਓ, ਔਰ ਕਿਸੇ ਫੈਸ਼ਨ ਮਗਰ। ਔਰ ਦੂਜਾ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਬ੍ਰਾਂਡ ਹੈ, ਕਿ ਜਿਹੜਾ ਬੰਦਾ ਬ੍ਰਾਂਡ ਵਾਲੇ ਕੱਪੜੇ ਪਹਿਨਦਾ ਜਾਂ ਬੂਟ ਪਹਿਨਦਾ, ਉਹਦੀ ਉਹ ਪ੍ਰਾਪਤੀ ਨਹੀਂ ਹੈ, ਉਹ ਉਹਦੇ ਮਾਤਾ ਪਿਤਾ ਦੇ ਪੈਸੇ ਉਹ ਪਹਿਨ ਲੈਂਦਾ। ਲੇਕਿਨ ਪ੍ਰਾਪਤੀ ਇਹ ਹੈ ਕਿ ਤੁਸੀਂ ਖੁਦ ਬ੍ਰਾਂਡ ਬਣੋ, ਕਿ ਖੁਦ ਲੋਕ ਤੁਹਾਨੂੰ ਦੇਖਣ ਕਿ ਇਹੋ ਜਿਹਾ ਸ਼ਖਸ ਬਣਨਾ ਚਾਹੀਦਾ। ਇੱਥੇ ਨਾਲ ਦੀ ਨਾਲ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰੂੰਗਾ ਮੈਂ ਕਿ ਤੁਸੀਂ ਅਧਿਆਪਕ ਸਾਹਿਬਾਨ ਨੂੰ ਵੀ ਕੋਈ ਸੰਦੇਸ਼, ਕੋਈ ਸੁਨੇਹਾ ਜ਼ਰੂਰ ਦਿਓ। ਅਧਿਆਪਕਾਂ ਲਈ ਮੇਰੇ ਮਨ ਵਿੱਚ ਬਹੁਤ ਕਦਰ ਹੈ। ਜਿਸ ਤਰ੍ਹਾਂ ਮੈਂ ਜ਼ਿਕਰ ਕਰਿਆ ਕਿ ਮੈਨੂੰ ਬਣਾਉਣ ਵਾਲੇ ਮੇਰੇ ਅਧਿਆਪਕ ਨੇ ਜੀ ਸਰ। ਮੈਂ ਸਮਝਦਾ ਕਿ ਕਿਸੇ ਵੀ ਜਿਹੜਾ ਕੋਈ ਵੀ ਮਨੁੱਖੀ ਮਨ ਹੈ, ਉਹਦੇ 'ਚ ਬਹੁਤ ਗਿਰਨ ਦੀਆਂ ਔਰ ਬਹੁਤ ਉੱਚਾ ਉੱਠਣ ਦੀਆਂ ਸੰਭਾਵਨਾਵਾਂ ਹੁੰਦੀਆਂ। ਮਨ ਇੱਕ ਇਹੋ ਜਿਹੀ ਚੀਜ਼ ਹੈ। ਗੁਰਬਾਣੀ ਵਿੱਚ ਵੀ ਮਨ ਨੂੰ ਜੋਤ ਸਰੂਪ ਵੀ ਕਹਿੰਦੇ ਆ, ਮਨ ਨੂੰ ਗਾਫਲ, ਮੂਰਖ ਵੀ ਕਹਿੰਦੇ ਆ। ਸੋ ਮੈਂ ਸਮਝਦਾ ਕਿ ਜਿਹੜਾ ਅਧਿਆਪਕ ਹੈ ਉਹ ਬੱਚੇ ਦੇ ਮਨ 'ਚੋਂ ਪਤਾ ਨਹੀਂ ਕੀ ਕੁਛ ਜਗਾ ਸਕਦਾ, ਕਿ ਉਹਦੇ ਵਿੱਚ ਜਿਹੜੀ ਇੱਕ ਅਨੰਤ ਸ਼ਕਤੀ, ਅਨੰਤ ਭਾਵਨਾਵਾਂ ਛੁਪੀਆਂ ਹੁੰਦੀਆਂ, ਉਹ ਇੱਕ ਅਧਿਆਪਕ ਹੀ ਉਹਦੇ ਵਿੱਚੋਂ ਜਗਾ ਸਕਦਾ। ਤੋ ਮੈਂ ਸਮਝਦਾ ਕਿ ਉਹ ਇੰਨਾ ਪਵਿੱਤਰ ਕੰਮ, ਇੰਨਾ ਪਾਵਨ ਕੰਮ ਅਧਿਆਪਕ ਕਰ ਰਿਹਾ ਹੁੰਦਾ ਕਿ ਉਹਨਾਂ ਬੱਚਿਆਂ ਦੇ ਮਨਾਂ 'ਤੇ ਕੁਝ ਵਾਕ ਲਿਖ ਕੇ, ਜਿਹੜੇ ਬੱਚੇ ਪੜ੍ਹ ਰਹੇ ਆ, ਬਣ ਰਹੇ ਆ, ਜਿਹੜੇ ਅਜੇ ਇੱਕ ਲਿਖੀ ਜਾ ਰਹੀ ਕਿਤਾਬ ਵਰਗੇ ਆ ਕਿ ਉਹਨਾਂ ਦੇ ਸਫ਼ੇ ਖਾਲੀ ਨੇ। ਸੋ ਮੈਂ ਅਧਿਆਪਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਇਹ ਬਹੁਤ ਹੀ ਪਾਵਨ, ਪਵਿੱਤਰ ਕੰਮ ਹੈ, ਬੱਚਿਆਂ ਨੂੰ ਪੜ੍ਹਾਉਣਾ, ਬੱਚਿਆਂ ਨੂੰ ਕੁਝ ਬਣਾਉਣਾ, ਬੱਚਿਆਂ ਦੇ ਮਨਾਂ ਨੂੰ ਜਗਾਉਣਾ, ਉਹਨਾਂ ਦੇ ਵਿੱਚ ਉਹਨਾਂ ਦੀ ਅੰਦਰੇ ਛੁਪੀ ਹੋਈ ਜੋਤੀ ਨੂੰ, ਉਹਨਾਂ ਦੇ ਚਾਨਣ ਨੂੰ ਜਗਾਉਣਾ। ਤੋ ਮੈਂ ਜਾਣੀ ਆਪਣੇ ਅਧਿਆਪਕਾਂ ਨੂੰ ਇਸ ਲਈ ਨਮਸਕਾਰ ਵੀ ਕਰਦਾ, ਉਹਨਾਂ ਨੂੰ ਪੂਰਾ ਸਤਿਕਾਰ ਵੀ ਦਿੰਦਾ, ਅਤੇ ਨਾਲ ਦੀ ਨਾਲ ਇਹ ਕਹਿਣਾ ਕਿ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਕਿ ਤੁਸੀਂ ਇੱਕ ਕੌਮ ਨੂੰ ਬਣਾ ਰਹੇ ਹੋ, ਇੱਕ ਭਵਿੱਖ ਨੂੰ ਬਣਾ ਰਹੇ ਹੋ,
ਅੰਤ ਵਿੱਚ ਮੈਂ ਪਾਤਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਿ ਤੁਸੀਂ ਸਾਡੇ ਪ੍ਰੋਗਰਾਮ ਅਵਰ ਮੈਂਟਰਸ ਦੇ ਲਈ ਸਮਾਂ ਕੱਢਿਆ ਤੇ ਵਿਦਿਆਰਥੀਆਂ ਦੇ ਮੁਖਾਤਿਬ ਹੁੰਦਿਆਂ ਹੋਇਆਂ ਉਹਨਾਂ ਨੂੰ ਇੰਨੀਆਂ ਚੰਗੀਆਂ ਗੱਲਾਂ ਦੱਸੀਆਂ ਤੇ ਸਾਡੇ ਵਿਦਿਆਰਥੀ ਜੋ ਇਸ ਇੰਟਰਵਿਊ ਨੂੰ ਸੁਣ ਰਹੇ ਨੇ ਉਹ ਵਾਕਈ ਤੁਹਾਡੀ ਜ਼ਿੰਦਗੀ ਤੋਂ, ਤੁਹਾਡੀਆਂ ਗੱਲਾਂ ਤੋਂ, ਤੁਹਾਡੀਆਂ ਕਿਤਾਬਾਂ ਤੋਂ ਬਹੁਤ ਵਧੀਆ ਗੱਲਾਂ ਸਿੱਖਣਗੇ ਅਤੇ ਆਪਣੇ ਜੀਵਨ ਦੇ ਵਿੱਚ ਅੱਗੇ ਵਧਣਗੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਮਨ, ਤੁਹਾਡਾ ਵੀ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੀ ਇਸ ਇੰਟਰਵਿਊ ਦੇ ਜ਼ਰੀਏ ਬਹੁਤ ਪਿਆਰੇ ਵਿਦਿਆਰਥੀਆਂ ਦੇ, ਅਧਿਆਪਕਾਂ ਦੇ, ਹੋਰ ਲੋਕਾਂ ਦੇ ਰੂਬਰੂ ਕਰੋਗੇ ਔਰ ਮੇਰੇ ਦਿਲ ਦੀਆਂ ਭਾਵਨਾਵਾਂ, ਮੇਰੇ ਵਿਚਾਰ ਉਹਨਾਂ ਤੱਕ ਪਹੁੰਚਣਗੇ ਜੀ। ਅੰਤ ਵਿੱਚ ਇਸ ਪ੍ਰੋਗਰਾਮ ਨੂੰ ਕਨਕਲੂਡ ਕਰਨ ਲੱਗਿਆਂ ਮੈਂ ਪਾਤਰ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣਾ ਗੀਤ ਕੱਚ ਦਾ ਗਲਾਸ ਗੁਨਗੁਣਾ ਕੇ ਵਿਦਿਆਰਥੀਆਂ ਨੂੰ ਜ਼ਰੂਰ ਸੁਣਾਉਣ। ਪਾਤਰ ਸਾਹਿਬ। ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੈਨੂੰ ਅੰਮੜੀ ਨੇ ਦਿੱਤੀਆਂ ਨੀ ਲੱਖ ਝਿੜਕਾਂ ਤੇ ਮੇਰੇ ਨੈਣਾਂ ਵਿੱਚੋਂ ਛਮ ਨੀਰ ਫੁੱਟਿਆ ਨੀ ਮੇਰੇ ਨੈਣਾਂ ਵਿੱਚੋਂ। ਮੇਰੀ ਅੰਮੀਏ ਨੀ ਮੈਨੂੰ ਇੱਕ ਗੱਲ ਦੱਸਦੇ ਨੀ ਲੋਕੀ ਦਿਲ ਤੋੜ ਦਿੰਦੇ ਨੇ ਤੇ ਕਿੱਦਾਂ ਹੱਸਦੇ ਨੀ ਲੋਕੀ ਦਿਲ ਤੋੜ ਦਿੰਦੇ। ਇਹੋ ਜਿਹੇ ਗਲਾਸ ਨੀ ਮਾਏ ਵਿਕਦੇ ਲੱਖ ਬਜ਼ਾਰੀ, ਦਿਲ ਨਾ ਮਿਲਦੇ ਬਲਕ ਬੁਖਾਰੇ ਲੱਖੀਆਂ ਤੇ ਹਜ਼ਾਰੀ। ਗਿਰ ਜਾਂਦੇ ਨੈਣਾਂ ਦੇ ਮੋਤੀ ਮਾਏ ਝਿੜਕ ਨਾ ਮਾਰੀ ਨੀ। ਅੱਜ ਮੇਰੇ ਕੋਲ ਕੱਚ ਦਾ ਗਲਾਸ ਟੁੱਟਿਆ ਤੇ ਮੈਨੂੰ ਅੰਮੜੀ ਨੇ ਦਿੱਤੀਆਂ ਨੀ ਲੱਖ ਝਿੜਕਾਂ ਤੇ ਮੇਰੇ ਨੈਣਾਂ ਵਿੱਚੋਂ ਛਮ ਨੀਰ ਫੁੱਟਿਆ ਨੀ ਮੇਰੇ ਨੈਣਾਂ ਵਿੱਚੋਂ। ਸਸਤੀਆਂ ਇੱਥੇ ਬਹੁਤ ਜ਼ਮੀਰਾਂ, ਮਹਿੰਗੀਆਂ ਬਹੁਤ ਜ਼ਮੀਨਾਂ, ਮਹਿੰਗਾ ਰਾਣੀ ਹਾਰ ਤੇ ਸਸਤਾ ਸਦਰਾਂ ਭਰਿਆ ਸੀਨਾ। ਦਿਲ ਦਾ ਨਿਗਨਾ ਮੰਗੇ ਕੋਈ ਸਭ ਮੰਗਦੇ ਪਸ਼ਮੀਨਾ ਨੀ। ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੈਨੂੰ ਅੰਮੜੀ ਨੇ ਦਿੱਤੀਆਂ ਨੀ ਲੱਖ ਝਿੜਕਾਂ ਤੇ ਮੇਰੇ ਨੈਣਾਂ ਵਿੱਚੋਂ ਛਮ ਨੀਰ ਫੁੱਟਿਆ ਨੀ ਮੇਰੇ ਨੈਣਾਂ ਵਿੱਚੋਂ। ਮੇਰੀ ਅੰਮੀਏ ਨੀ ਮੈਨੂੰ ਇੱਕ ਗੱਲ ਦੱਸਦੇ ਨੀ ਲੋਕੀ ਦਿਲ ਤੋੜ ਦਿੰਦੇ ਨੇ ਤੇ ਕਿੱਦਾਂ ਹੱਸਦੇ ਨੀ ਲੋਕੀ ਦਿਲ ਤੋੜ ਦਿੰਦੇ। ਇੱਕ ਪ੍ਰੋਗਰਾਮ ਜਿਹੜਾ ਕਿ ਅਮਨਦੀਪ ਸਿੰਘ ਤੇ ਬਲਵਿੰਦਰ ਕਾਲੀਆ ਰਲ ਕੇ ਕਰ ਰਹੇ ਨੇ, ਆਵਰ ਮੈਂਟਰਸ, ਜਿਸ ਦੇ ਤਹਿਤ ਉਹ ਵੱਖਰੀਆਂ ਸ਼ਖਸੀਅਤਾਂ ਨਾਲ ਮੁਲਾਕਾਤਾਂ ਕਰ ਰਹੇ ਹਾਂ। ਮੈਂ ਸਮਝਦਾ ਕਿ ਇਸ ਕੰਮ ਦਾ ਬਹੁਤ ਮੁੱਲ ਹੈ, ਬਹੁਤ ਸਾਰਥਕਤਾ ਇਸ ਕੰਮ ਦੀ। ਇੱਕ ਤਾਂ ਇਹ ਕਿ ਜਿਹੜਾ ਇਹ ਮਾਧਿਅਮ ਹੈ, ਕੈਮਰੇ ਦਾ ਮਾਧਿਅਮ, ਇਸ ਮਾਧਿਅਮ ਦੀ ਇਹ ਬਹੁਤ ਸਹੀ ਵਰਤੋਂ ਕਰ ਰਹੇ ਆ ਕਿ ਜਿਨ੍ਹਾਂ ਸ਼ਖਸੀਅਤਾਂ ਨੂੰ ਕੱਲਾ ਵਿਦਿਆਰਥੀ ਜਾ ਕੇ ਨਹੀਂ ਮਿਲ ਸਕਦਾ, ਉਹਨਾਂ ਸ਼ਖਸੀਅਤਾਂ ਨੂੰ ਇਹੋ ਵਿਦਿਆਰਥੀਆਂ ਦੇ ਕੋਲ ਲੈ ਕੇ ਆ ਰਹੇ ਆ, ਜਿਹੜਾ ਕਿ ਇੱਕ ਇਸ ਮਾਧਿਅਮ ਦਾ ਬਹੁਤ ਉੱਤਮ ਪ੍ਰਯੋਗ ਹੈ। ਤੋ ਦੂਸਰੀ ਗੱਲ ਇਹ ਹੈ ਕਿ ਇੱਕ ਐਸੀ ਸਾਂਝ ਕਿ ਇੱਕ ਉਹਨਾਂ ਸ਼ਖਸੀਅਤਾਂ ਦੇ ਲੰਬੇ ਸਫ਼ਰ, ਉਹਨਾਂ ਦੇ ਜੀਵਨ ਪੈਂਡਾ, ਉਹਨਾਂ ਦੇ ਰਸਤਿਆਂ ਦੀਆਂ ਮੁਸ਼ਕਿਲਾਂ ਜਾਂ ਉਹਨਾਂ ਦਾ ਜਨੂੰਨ, ਉਹਨਾਂ ਦਾ ਸ਼ੌਕ, ਇਹ ਜਦੋਂ ਬੱਚਿਆਂ ਨਾਲ ਉਹ ਸਾਂਝਾ ਹੁੰਦਾ ਤਾਂ ਉਹ ਬੱਚਿਆਂ ਦੇ ਮਨਾਂ ਵਿੱਚ ਵੀ ਉਹ ਜੋਤਾਂ, ਉਹ ਚਿਰਾਗ ਜਗਦੇ ਨੇ। ਤੋ ਮੈਂ ਬਹੁਤ ਮੁਬਾਰਕਬਾਦ ਵੀ ਦਿੰਦਾ ਅਮਨਦੀਪ ਸਿੰਘ ਹੋਰਾਂ ਨੂੰ ਵੀ, ਬਲਵਿੰਦਰ ਕਾਲੀਆ ਹੋਰਾਂ ਨੂੰ, ਜਿਨ੍ਹਾਂ ਨੇ ਇੱਕ ਇਹੋ ਨਵਾਂ ਢੰਗ ਸੋਚਿਆ ਸ਼ਖਸੀਅਤਾਂ ਨੂੰ ਤੇ ਵਿਦਿਆਰਥੀਆਂ ਨੂੰ ਤੇ ਅਧਿਆਪਕਾਂ ਨੂੰ ਇੱਕ ਦੂਏ ਦੇ ਕਰੀਬ ਲੈ ਕੇ ਆਉਣ ਦਾ।
ਸੋ ਇਹ ਸੀ ਸਾਡੀ ਖਾਸ ਮੁਲਾਕਾਤ ਡਾਕਟਰ ਸੁਰਜੀਤ ਸਿੰਘ ਪਾਤਰ ਹੋਣਾ ਦੇ ਨਾਲ। ਉਮੀਦ ਕਰਦੇ ਹਾਂ ਤੁਹਾਨੂੰ ਇਹ ਮੁਲਾਕਾਤ ਬਹੁਤ ਪਸੰਦ ਆਈ ਹੋਵੇਗੀ। ਇਸ ਮੁਲਾਕਾਤ ਸੰਬੰਧੀ ਅਗਰ ਤੁਹਾਡਾ ਕੋਈ ਫੀਡਬੈਕ ਹੋਵੇ ਤਾਂ ਸਾਨੂੰ englishlearnersworld@gmail.com ਇਸ ਈਮੇਲ ਆਈਡੀ ਤੇ ਆਪਣੇ ਵਿਚਾਰ, ਆਪਣਾ ਫੀਡਬੈਕ ਜ਼ਰੂਰ ਭੇਜਿਓ। ਸਤਿ ਸ਼੍ਰੀ ਅਕਾਲ।